ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਗੁਜਰਾਤ ਵਿੱਚ ਧੂਆਂਧਾਰ ਚੋਣ ਪ੍ਰਚਾਰ ਹੋ ਰਿਹਾ ਹੈ ਤੇ ਜੇ ਕੋਈ ਬਹੁਤ ਧਿਆਨ ਨਾ ਦੇਵੇ ਤਾਂ ਸਰਸਰੀ ਤੌਰ ਤੇ ਇੰਜ ਲੱਗਦਾ ਹੈ ਜਿਵੇਂ ਕਈ ਉਮੀਦਵਾਰਾਂ ਬਾਰੇ ਮੈਂ ਸਮਾਜਿਕ ਵਿਗਿਆਨ ਦੀਆਂ ਕਿਤਾਬਾਂ ਵਿੱਚ ਸਕੂਲ ਵਿੱਚ ਹੀ ਪੜ੍ਹ ਚੁੱਕਾ। ਔਰੰਗਜ਼ੇਬ, ਅਲਾਉਦੀਨ ਖਿਲਜੀ, ਬਾਬਰ ਵਿੱਚੋਂ ਤੇ ਇੰਜ ਲੱਗਣ ਲੱਗ ਪੈਂਦਾ ਜਿਵੇਂ ਇਹ ਸਾਰੇ ਗੁਜਰਾਤ ਵਿੱਚ ਕਿਧਰੇ ਇਲੈਕਸ਼ਨ ਲੜ ਰਹੇ ਨੇ। ਪ੍ਰਧਾਨ ਮੰਤਰੀ ਦੱਸ ਰਹੇ ਸੀ ਵੈਸੇ ਕਿ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਉਂਝ ਹੀ ਬਣ ਰਹੇ ਨੇ ਜਿਵੇਂ ਜਹਾਂਗੀਰ ਤੋਂ ਬਾਅਦ ਔਰੰਗਜ਼ੇਬ ਬਾਦਸ਼ਾਹ ਬਣ ਗਿਆ ਸੀ। ਵਾਹਿਗੁਰੂ। ਦੇਸ਼ ਵਿੱਚ ਸਿਆਸਤ ਨੂੰ ਲੈ ਕੇ ਜਿਸ ਤਰ੍ਹਾਂ ਦਾ ਮੈਟਾ ਨੈਰੇਟਿਵ ਮੋਟਾ ਬੁਨਿਆਦੀ ਤਬਸਰਾ ਬਣ ਰਿਹਾ ਹੈ ਉਹ ਕੁਝ ਇੰਜ ਹੈ। ਹਿੰਦੂ ਮੁਸਲਿਮ ਬਸ ਵਿੱਚ ਤੁਸੀਂ ਬਾਕੀ ਗੱਲ ਕਰਦੇ ਰਹੋ। ਦੇਸ਼ ਅੱਗੇ ਜਾ ਰਿਹਾ ਹੈ ਜਾਂ ਪਿੱਛੇ ਜਾ ਰਿਹਾ ਹੈ, ਰਾਹੁਲ ਗਾਂਧੀ ਪੱਪੂ ਹੈ ਜਾਂ ਕਾਂਗਰਸ ਦਾ ਉਭਰਦਾ ਸਿਤਾਰਾ ਹੈ, GST ਚੰਗਾ ਹੈ ਜਾਂ ਮਾੜਾ ਹੈ, ਪਰ ਨਾਲ ਹਿੰਦੂ ਮੁਸਲਿਮ ਦੀ ਧੁਨ ਲਗਾਤਾਰ ਵੱਜਦੀ ਰਹਿੰਦੀ ਹੈ। ਕਿਸੇ ਬੰਦੇ ਨੂੰ ਕੋ ਕੇ ਮਾਰ ਕੇ ਅੱਗ ਲਾ ਕੇ ਉਹਦੀ ਵੀਡੀਓ ਬਣਾਉਣ ਵਾਲੇ ਦੀ ਨਿੰਦਾ ਕਰਦੇ ਵੀ ਕੁਝ ਲੋਕ ਕੋਈ ਨਾ ਕੋਈ ਬਹਾਨਾ ਤਰੀਕਾ ਕੱਢ ਹੀ ਲੈਂਦੇ ਨੇ ਇਹਨੂੰ ਹਿੰਦੂ ਮੁਸਲਿਮ ਬਣਾਉਣ ਦਾ, ਕਿਸੇ ਨਾ ਕਿਸੇ ਤਰੀਕੇ ਉਹਨਾਂ ਦਾ ਬਚਾਅ ਕਰਨ ਦਾ ਜਿਹੜੇ ਕਿਸੇ ਅਖਲਾਕ ਨੂੰ, ਕਿਸੇ ਪਹਿਲੂ ਖਾਨ ਨੂੰ, ਜੁਨੈਦ ਨੂੰ ਸਾਰੇ ਰਾਹ ਮੌਤ ਦੇ ਘਾਟ ਉਤਾਰ ਦਿੰਦੇ ਨੇ। ਟੀਵੀ ਤੇ ਹਰ ਰਾਹ ਤੇ ਹਿੰਦੂ ਮੁਸਲਿਮ ਹੁੰਦਾ। ਗੁਜਰਾਤ ਵਿੱਚ ਤਾਂ ਚੋਣਾਂ ਨੇ, ਇਸ ਲਈ ਹਿੰਦੂ ਮੁਸਲਿਮ ਕਰਨ ਵਾਲਿਆਂ ਦੀ ਬਹਾਰ ਹੈ। ਵਿਵਾਦਿਤ ਬਾਬਰੀ ਮਸਜਿਦ ਢਾਂਚੇ ਦੇ ਗਿਰਾਏ ਜਾਣ ਦੀ ਵਰ੍ਹੇਗੰਢ ਸੀ, ਇਸ ਲਈ ਹਿੰਦੂ ਮੁਸਲਿਮ ਤਰਾਨਾ ਉੱਚੀ ਆਵਾਜ਼ ਵਿੱਚ ਗਾਇਆ ਜਾ ਰਿਹਾ ਸੀ ਤੁਹਾਡੀ ਸਕਰੀਨ ਉੱਤੇ। ਪਰ ਐਸਾ ਕੀ ਹੈ ਸਾਡੀ ਰਾਜਨੀਤੀ ਵਿੱਚ ਜਦੋਂ ਬਾਰ-ਬਾਰ ਲੱਗਦਾ ਹੈ ਕਿ ਅਸੀਂ ਹੁਣ ਅੱਗੇ ਲੰਘ ਆਏ ਹਾਂ। ਚੋਣਾਂ ਗਰੀਬੀ ਦੇ ਮੁੱਦੇ ਤੇ ਲੜੀਆਂ, ਵਿਕਾਸ ਦੇ ਮੁੱਦੇ ਤੇ ਲੜ ਕੇ ਦੇਖ ਲਈਆਂ, ਕਰਪਸ਼ਨ ਦੇ ਮੁੱਦੇ ਤੇ ਵੀ ਚੋਣਾਂ ਲੜ ਕੇ ਦੇਖ ਲਈਆਂ, ਗੁੱਡ ਗਵਰਨੈਂਸ ਦੇ ਮੁੱਦੇ ਤੇ ਲੜੀਆਂ। ਫਿਰ ਉਸ ਤੋਂ ਬਾਅਦ ਅਸੀਂ ਇਹ ਹਿੰਦੂ ਮੁਸਲਿਮ ਵਾਲੇ ਅਖਾੜੇ ਵਿੱਚ ਕਿਉਂ ਡਿੱਗ ਜਾਂਦੇ ਹਾਂ? ਕੀ ਸਾਡੀ ਡੈਮੋਕ੍ਰੇਸੀ ਦੇ ਮਾਡਲ ਵਿੱਚ ਕੋਈ ਨੁਕਸ ਹੈ? ਤੇ ਉਹ ਜਿਹੜੇ ਬਹੁਤ ਅੱਛੀ ਡੈਮੋਕ੍ਰੇਸੀ ਚਲਾਉਂਦੇ ਸੀ ਅਮਰੀਕਾ ਵਿੱਚ, ਇੰਗਲੈਂਡ ਵਿੱਚ, ਉਹਨਾਂ ਦਾ ਡੈਮੋਕ੍ਰੈਟਿਕ ਮਾਡਲ ਕਿਵੇਂ ਦਾ ਚੱਲ ਰਿਹਾ? ਟਰੰਪ ਸਾਹਿਬ ਤੇ ਉੱਥੇ ਅਮਰੀਕਾ ਨੂੰ ਗ੍ਰੇਟ ਬਣਾ ਰਹੇ ਨੇ ਤੇ ਆਇਡੈਂਟੀਟੀ ਦੇ ਕੁਐਸਚਨ ਕੌਣ ਰੀਅਲ ਅਮਰੀਕਨ ਹੈ ਤੇ ਕੌਣ ਨਹੀਂ ਹੈ ਇਹ ਉੱਥੇ ਵੀ ਨੇ, ਉੱਥੇ ਵੀ ਇਸੇ ਕਿਸਮ ਦੀ ਵਾਇਲੈਂਸ ਹੋ ਰਹੀ ਹੈ। ਕੀ ਅਸੀਂ ਹਿੰਦੂ ਮੁਸਲਿਮ ਵਾਲੇ ਫਰੇਮਵਰਕ ਦੇ ਵਿੱਚੋਂ ਕਦੀ ਨਿਕਲ ਨਹੀਂ ਸਕਾਂਗੇ ਜਾਂ ਡੈਮੋਕ੍ਰੈਟਿਕ ਮਾਡਲ ਦੇ ਵਿੱਚ ਕੋਈ ਵੱਡੇ ਸੁਧਾਰ ਕਰਨ ਦੀ ਲੋੜ ਹੈ ਜਾਂ ਸਾਡੀ ਸਿਆਸਤ ਜਿਹੜੀ ਹੈ ਉਹ ਸਿਆਸਤਦਾਨਾਂ ਦੇ ਕੋਲ ਬਾਰ-ਬਾਰ ਇੰਝ ਹੀ ਗਿਰਵੀ ਪੈਂਦੀ ਰਹੇਗੀ? ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਨੇ ਡਾਕਟਰ HK ਬਾਲੀ ਜੀ, ਕਾਰਡੀਓਲੋਜਿਸਟ ਨੇ। ਇਹ ਜਿਸ ਕਿਸਮ ਦਾ ਦੇਸ਼ ਦੇ ਵਿੱਚ ਪੋਲੀਟੀਕਲ ਡਿਸਪੈਂਸੇਸ਼ਨ ਹੈ ਇਹਦੇ ਥੋੜ੍ਹੇ ਹਮਦਰਦ ਵੀ ਨੇ, ਥੋੜ੍ਹੇ ਕ੍ਰਿਟਿਕ ਵੀ ਨੇ। ਰਾਈਟ ਵਿੰਗ ਤੋਂ ਸੋਬਰ ਆਵਾਜ਼ਾਂ ਵਿੱਚ ਇਹਨਾਂ ਦਾ ਜ਼ਿਕਰ ਆਉਂਦਾ। ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਪੋਲੀਟੀਕਲ ਸਾਇੰਟਿਸਟ ਨੇ। ਖਾਲਿਦ ਸਾਹਿਬ ਤੇ ਜਾਣਦੇ ਨੇ ਚੰਗੀ ਤਰ੍ਹਾਂ ਕਿ ਹਿੰਦੂ ਮੁਸਲਿਮ ਦਾ ਤਾਰਾਨਾ ਕਿਵੇਂ ਵੋਟਾਂ ਲੈ ਕੇ ਆਉਂਦਾ ਤੇ ਇਸ ਲਈ ਵਜਾਇਆ ਜਾਂਦਾ। ਸਾਡੇ ਨਾਲ ਜੁੜ ਰਹੇ ਨੇ ਹਿਸਟਰੀ ਦੇ ਸ਼ੋਬੇ ਨਾਲ ਤਾਲੁਕ ਰੱਖਣ ਵਾਲੇ ਡਾਕਟਰ ਰਾਜੀਵ ਲੋਚਨ ਜੀ। ਡਾਕਟਰ ਰਾਜੀਵ ਲੋਚਨ ਜੀ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਨੇ। ਇਹ ਆਪਣੇ ਸਟੂਡੈਂਟਸ ਨੂੰ ਹਿੰਦੁਸਤਾਨ ਦੇ ਵਿੱਚ ਕਾਸਟ ਤੇ ਕਾਸਟ ਪੋਲੀਟਿਕਸ ਪੜ੍ਹਾਉਂਦੇ ਨੇ। ਇਹਨਾਂ ਤੋਂ ਪੁੱਛਾਂਗੇ ਕਿ ਇਹਦੇ ਤੋਂ ਸਾਡਾ ਪਿੱਛਾ ਕਦੋਂ ਛੁਡਾਉਂਦੇ ਹੋ? ਸਾਡੇ ਨਾਲ ਜੁੜ ਰਹੇ ਨੇ ਹਮੀਰ ਸਿੰਘ ਜੀ, ਬਹੁਤ ਹੀ ਪਰਸੈਪਟਿਵ ਪੱਤਰਕਾਰ ਜਿਹੜੇ ਗ੍ਰਾਸ ਰੂਟਸ ਤੇ ਜਿਸ ਕਿਸਮ ਦੇ ਨਾਲ ਇਹ ਹਿੰਦੂ ਮੁਸਲਿਮ ਦਾ ਤਰਾਨਾ ਅੰਤ ਨੂੰ ਇੰਟਰਪ੍ਰੈਟ ਹੁੰਦਾ ਉਸ ਨੂੰ ਭਲੀਭਾਂਤ ਜਾਣਦੇ ਨੇ। ਇਹਨਾਂ ਤੋਂ ਪੁੱਛਾਂਗੇ ਪੰਜਾਬ ਜਿੱਥੇ ਮਾਈਨੋਰਿਟੀਜ਼ ਦੀ ਇੱਕ ਆਪਣੇ ਕੰਸਰਨਸ ਨੇ, ਇੱਕ ਆਪਣੀ ਆਵਾਜ਼ ਹੈ, ਉੱਥੇ ਦੇਸ਼ ਭਰ ਦੇ ਵਿੱਚ ਚੱਲ ਰਿਹਾ ਇਹ ਨੈਰੇਟਿਵ, ਇਹਦੇ ਨਾਲ ਪੰਜਾਬੀ ਕਿਵੇਂ ਇੰਗੇਜ ਕਰ ਰਹੇ ਨੇ, ਇੰਗੇਜ ਕਰ ਵੀ ਰਹੇ ਨੇ ਜਾਂ ਨਹੀਂ? ਪਰ ਡਾਕਟਰ ਬਾਲੀ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਤੋਂ ਪਿੱਛਾ ਸਾਡਾ ਕਿਉਂ ਛੁੱਟੇਗਾ ਤੇ ਕਿਵੇਂ ਛੁੱਟੇਗਾ? ਜਿਨ੍ਹਾਂ ਡਿਸਪੈਂਸੇਸ਼ਨਸ ਦੇ ਨਾਲ ਤੁਹਾਡੀ ਥੋੜੀ ਹਮਦਰਦੀ ਵੀ ਹੈ ਉਹਨਾਂ ਦੇ ਉੱਤੇ ਸਭ ਤੋਂ ਵੱਡਾ ਇਲਜ਼ਾਮ ਹੈ ਕਿ ਉਹ ਹਿੰਦੂ ਮੁਸਲਿਮ ਤਰਾਨਾ ਉੱਚੀ ਵਜਾਉਂਦੀਆਂ ਨੇ। ਅਜਿਹਾ ਨਹੀਂ ਕਿ ਕਾਂਗਰਸ ਇਹਦੇ ਤੋਂ ਬੇਲਾਗ ਹੈ। ਇਹ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਡੈਮੋਕ੍ਰੈਟਿਕ ਫਰੇਮਵਰਕ ਨੂੰ ਕਰਪਟ ਕਰਦੀਆਂ ਨੇ। ਇਸ ਕਰਕੇ ਅਸੀਂ ਬਾਰ-ਬਾਰ ਇਸ ਹਿੰਦੂ ਮੁਸਲਿਮ ਪ੍ਰੋਬਲਮ ਦੇ ਵਿੱਚ ਆਉਂਦੇ ਹਾਂ ਕਿ ਡੈਮੋਕ੍ਰੈਟਿਕ ਮਾਡਲ ਦੇ ਵਿੱਚ ਹੀ ਇਹ ਤਰੁੱਟੀਆਂ ਨੇ ਜਿਹਦੇ ਕਰਕੇ ਅਸੀਂ ਡੂਮ ਡਾਂ ਤੇ ਬਾਰ-ਬਾਰ ਸਾਨੂੰ ਇਹ ਹਿੰਦੂ ਮੁਸਲਿਮ ਵਾਲੇ ਹੀ ਕਥਾ ਸੁਣਨੀ ਪੈਂਦੀ ਹੈ। शुरू च मैं कहूँगा कि मेरी कोई सहानुभूति किसी पर्टिकुलर पार्टी नाल नहीं है। वो देर से देख लेंगे। मैं अच्छी गवर्नमेंट नू, अच्छी पॉलिसीज़ नू सपोर्ट करदा जी। तो ये कहने दे बाद ਤੁਸੀਂ ਅਗਰ ਦੁਨੀਆ ਹੀ ਦੇਖੋ, ਤੁਸੀਂ ਸ਼ੁਰੂ 'ਚ ਕਿਹਾ ਕਿ ਡੈਮੋਕ੍ਰੈਟਿਕ ਮਾਡਲ ਵਿੱਚ ਗਲਤੀ ਹੈ ਜੀ। ਮੈਨੂੰ ਲੱਗਦਾ ਉਹ ਠੀਕ ਨਹੀਂ ਹੈ ਕਿਉਂਕਿ ਅਗਰ ਤੁਸੀਂ UK ਦੀ ਦੇਖੋ ਜਿੱਥੇ ਕੰਜ਼ਰਵੇਟਿਵ ਪਾਰਟੀ ਜਾਂ ਲੇਬਰ ਪਾਰਟੀ ਹੈ, ਜਦੋਂ ਇਲੈਕਸ਼ਨ ਹੁੰਦੇ ਨੇ ਤੇ ਉਹ ਹਰ ਇੱਕ ਆਪਣਾ ਏਜੰਡਾ ਬਾਹਰ ਲੈ ਕੇ ਆਉਂਦੇ ਨੇ। ਬਿਲਕੁਲ ਕਿ ਹੈਲਥ ਦੇ ਬਾਰੇ ਸਾਡੀ ਕੀ ਪਾਲਿਸੀ ਰਹਿਣਗੀਆਂ, ਬਿਲਕੁਲ ਐਜੂਕੇਸ਼ਨ ਦੇ ਬਾਰੇ ਕੀ ਪਾਲਿਸੀ ਰਹਿਣਗੀਆਂ, ਪੈਨਸ਼ਨਰ ਦੇ ਬਾਰੇ ਕੀ ਪਾਲਿਸੀ ਰਹਿਣਗੀਆਂ, ਤਾਂ ਉਹਦੇ ਬਾਰੇ 'ਚ ਲੋਕ ਵੋਟ ਪਾਉਂਦੇ ਨੇ ਜੀ। अनफॉर्चुनेटली इंडिया च अजे इन्नी मैच्योरिटी नहीं आई जिस करके ये दिक्कत आ रही है। बट ये कहना कि सारा ही हिंदुस्तान च हर पार्ट विच जी आइडेंटिटी पॉलिटिक्स करके ही इलेक्शन हो रही है वो शायद थोड़ा ज्यादा है। अच्छा, ਮੈਨੂੰ ਲੱਗਦਾ ਕਿ ਗੁਜਰਾਤ ਕਰ ਕੋਈ ਇਹੋ ਜਿਹੀ ਇਲੈਕਸ਼ਨ ਅਜੇ ਨਹੀਂ ਹੋਈ ਸਵਾਇ ਮੈਨੂੰ ਲੱਗਦਾ ਹਿਮਾਚਲ ਦੀ ਤੁਸੀਂ ਦੇਖ ਲਓ, ਹਿਮਾਚਲ ਦਾ ਦੇਖ ਲਓ, ਉੱਤਰ ਪ੍ਰਦੇਸ਼ ਵੀ ਦੇਖ ਲਓ, ਪੰਜਾਬ ਦੇਖ ਲਓ। ਪੰਜਾਬ ਵਿੱਚ ਜਿਹੜੀ ਇਲੈਕਸ਼ਨ ਹੋਈ ਉੱਥੇ ਮੈਂ ਬੜਾ ਖੁਸ਼ ਹਾਂ ਕਿ ਲੋਕਾਂ ਨੇ
ਰਿਲੀਜਨ ਦੇ ਮਾਮਲੇ ਤੇ ਵੋਟ ਨਹੀਂ ਮੰਗੇ ਔਰ ਸੇ ਕਰਪਸ਼ਨ ਤੇ ਗੱਲ ਹੋਈ ਜਾਂ ਡਿਵੈਲਪਮੈਂਟ ਤੇ ਗੱਲ ਹੋਈ ਜਾਂ ਵਿਜ਼ਨ ਤੇ ਗੱਲ ਹੋਈ। ਪੰਜਾਬੀ ਨੇ ਹਿੰਦੂ ਮੁਸਲਿਮ ਕਾਫੀ ਕਰ ਲਿਆ ਸੀ ਨਾ, ਅਸੀਂ ਆਪਣਾ ਕੋਟਾ 1947 ਚ ਪੂਰਾ ਕਰ ਲਿਆ ਸੀ, ਮਿਲੀਅਨ ਬੰਦਾ 10 ਲੱਖ ਬੰਦਾ ਸੀ ਮਾਰ ਦਿੱਤਾ ਸੀ। ਐਗਜ਼ਾਮਪਲ ਦੇ ਰਿਹਾ ਜੀ, ਇਹ ਗੁਜਰਾਤ ਇੱਕ ਸਪੈਸ਼ਲ ਹੈ ਜੀ, ਕਿਉਂਕਿ 22 ਸਾਲ ਦੀ ਐਂਟੀ ਇਨਕੰਬੈਂਸੀ ਦਾ ਇੱਕ ਇਸ਼ੂ ਹੈ। ਸਾਰੇ ਸਪੈਸ਼ਲ ਇਕੱਠੇ ਕਰ ਦੋ, ਗੁਜਰਾਤ ਸਪੈਸ਼ਲ ਸੀ, ਯੂਪੀ ਸਪੈਸ਼ਲ ਸੀ, ਮਿਊਨਿਸਪਲ ਕਾਰਪੋਰੇਸ਼ਨ ਦੇ ਚੋਣਾਂ ਇਲੈਕਸ਼ਨ ਹੋਣਗੀਆਂ, ਕੇਰਲਾ ਬੜਾ ਸਪੈਸ਼ਲ ਹੋਣ ਜਾ ਰਿਹਾ ਹੈ। ਮੈਂ ਗੁਜਰਾਤ ਤੇ ਇਸ ਵਾਸਤੇ ਫੋਕਸ ਕਰ ਰਿਹਾ ਕਿ ਇਹ ਦਸੰਬਰ ਵਿੱਚ ਇਲੈਕਸ਼ਨ ਹੋ ਰਹੀ ਹੈ। ਬਿਲਕੁਲ, ਬਾਬਰੀ ਮਸਜਿਦ ਦਾ ਇਸ਼ੂ ਹੈ ਜੀ, ਕੇਸ ਸੁਪਰੀਮ ਕੋਰਟ ਵਿੱਚ ਹੈ ਤੇ ਰਾਮ ਜਨਮ ਭੂਮੀ ਦਾ ਵੀ ਕਿਧਰੇ ਥੋੜਾ ਜਿਹਾ ਪ੍ਰੈਸ਼ਰ ਵੱਧ ਰਿਹਾ। ਬਿਲਕੁਲ, ਤੇ ਇਸ ਕਰਕੇ ਸਾਰੇ ਫੈਕਟਰ ਮਿਲ ਕੇ ਇੱਥੇ ਸ਼ਾਇਦ ਆਇਡੈਂਟੀਟੀ ਪੋਲਿਟਿਕਸ ਜ਼ਿਆਦਾ ਹੋ ਰਹੀ ਹੈ। ਯੂ ਆਰ ਸੇਇੰਗ ਗੁਜਰਾਤ, ਇਟ ਇਜ਼ ਨਾਟ ਅ ਪੈਨ ਇੰਡੀਆ ਫਿਨੋਮੀਨਾ, ਯੂ ਆਰ ਸੇਇੰਗ ਗੁਜਰਾਤ ਹੈ, ਇਸ ਕਰਕੇ ਹਿੰਦੂ ਮੁਸਲਿਮ ਤਰਾਨਾ ਤੁਹਾਨੂੰ ਜ਼ਿਆਦਾ ਲੱਗ ਰਿਹਾ ਹੈ ਤੇ ASP ਸਿੰਘ ਇਹਨੂੰ ਜ਼ਿਆਦਾ ਹੀ ਵਧਾਉਂਦਾ ਜਾ ਰਿਹਾ। ਪਰ ਪ੍ਰੋਫੈਸਰ ਮੁਹੰਮਦ ਖਾਲਿਦ ਜੀ, ਇਹ ਜਦੋਂ ਘਰ ਵਾਪਸੀ ਦਾ ਤਰਾਨਾ ਵੱਜ ਰਿਹਾ ਸੀ ਉਸ ਵੇਲੇ ਤਾਂ ਗੁਜਰਾਤ 'ਚ ਇਲੈਕਸ਼ਨ ਨਹੀਂ ਸੀ ਹੋ ਰਹੀ, ਜਦੋਂ ਲਵ ਜਿਹਾਦ ਦਾ ਤਰਾਨੇ ਵੱਜ ਰਹੇ ਸੀ ਉਸ ਵੇਲੇ ਤਾਂ ਗੁਜਰਾਤ 'ਚ ਕੋਈ ਇਲੈਕਸ਼ਨ ਨਹੀਂ ਸੀ ਹੋ ਰਹੀ। ਇਹ ਲਗਾਤਾਰ ਜਿਸ ਤਰੀਕੇ ਦੀਆਂ ਬਿਨਾਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਯੋਗੀ ਆਦਿੱਤਿਆਨਾਥ ਦੇ ਬਿਆਨ ਸੀ ਤੇ ਉਸ ਤੋਂ ਬਾਅਦ ਜਿਹੜੇ ਬਿਆਨ ਨੇ, ਇਹਨਾਂ ਸਾਰਿਆਂ ਦੇ ਵਿੱਚ ਇਹ ਤਾਂ ਇੰਝ ਲੱਗਦਾ ਕਿ ਇੱਕ ਪੈਨ ਇੰਡੀਆ ਇੱਕ ਨਵੀਂ ਧੁਨ ਕ੍ਰੀਏਟ ਕੀਤੀ ਜਾ ਰਹੀ ਹੈ ਤੇ ਇਸ ਕਿਸਮ ਦੀ ਪੋਲਰਾਈਜੇਸ਼ਨ ਦਾ ਡਾਇਰੈਕਟਲੀ ਰੂਲਿੰਗ ਡਿਸਪੈਂਸੇਸ਼ਨ ਨੂੰ ਫਾਇਦਾ ਹੋ ਰਿਹਾ। ਤੇ ਹੁਣ ਕਾਂਗਰਸ ਵੀ ਇੰਝ ਲੱਗਦਾ ਹੈ ਕਿ ਇੱਕ ਛੋਟੀ ਜੀ ਆਪਣੀ ਵਾਇਲਨ ਲੈ ਕੇ ਗੁਜਰਾਤ 'ਚ ਉਹੀ ਰਾਗ ਅਲਾਪ ਰਹੀ ਹੈ। देखो इदा है, बाली साहब ने बिल्कुल ठीक किया है कि पैन इंडिया फिनोमिना है नहीं है। ओके, एक कौ बेल्ट कही जाती है, ओके, जिदे विच गुजरात, राजस्थान, यूपी, मध्य प्रदेश, हरियाणा, फिर केरला तक जान दी है ना, मैं की करा, केरला दे विच कुछ नहीं है। ਇਹ ਜਿਹੜਾ ਏਰੀਆ ਹੈਗਾ ਨਾ, ਇਸ ਏਰੀਆ ਦੇ ਵਿੱਚ ਉੱਥੇ ਤਾਂ ਕੌ ਦੀ ਨਾਲ ਮਾਰੀ ਜਾ ਰਹੀ ਹੈ ਸਰ, ਫੀਨੋਮੀਨਾ ਜ਼ਿਆਦਾ ਪ੍ਰੋਮਿਨੈਂਟ ਹੈ। ਮੈਂ ਕੇਰਲਾ ਦੇ ਵਿੱਚ ਤਾਂ ਬਲੀ ਵੀ ਕੌ ਦੀ ਦਿੱਤੀ ਗਈ ਹੈ, ਉਹਨੂੰ ਤੇ ਕੌ ਬੈਲਟ ਝੁੰਡ ਗਿਣ ਲਓ। ਹੁਣ ਮੇਰੀ ਗੱਲ ਸੁਣ ਲਓ ਜੀ, ਗੱਲ ਇਹ ਹੈਗੀ ਹੈ ਕਿ ਤੁਸੀਂ ਇਸ ਪਿਛੋਕੜ ਨੂੰ ਦੇਖੋ 1947 ਤੋਂ ਲੈ ਕੇ ਜਦ ਤੋਂ ਆਜ਼ਾਦੀ ਮਿਲੀ ਹੈ। ਸ਼ੋਰ, ਜਿਨ੍ਹਾਂ ਲੋਕਾਂ ਨੇ ਕਦੇ ਵੋਟਾਂ ਦੇ ਵਿੱਚ ਅੱਗੇ ਨਹੀਂ ਲਿਆਂਦਾ, ਵੋਟਾਂ ਨਹੀਂ ਪਾਈਆਂ, ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ ਕਿ ਹਿੰਦੂ ਮੁਸਲਿਮ ਦਾ ਜਿਹੜਾ ਹੈਗਾ ਤਰਾਨਾ ਗਾਇਆ ਜਾਵੇ, ਜਿਹੜਾ ਤੁਸੀਂ ਕਹਿ ਰਹੇ ਹੋ। ਬਿਲਕੁਲ, ਮੋਦੀ ਸਾਹਿਬ ਜਿਸ ਵੇਲੇ ਪਾਵਰ ਚ ਆਏ ਨੇ, ਹਿੰਦੂ ਮੁਸਲਿਮ ਤਰਾਨੇ ਤੇ ਨਹੀਂ ਆਏ, ਉਹ ਡਿਵੈਲਪਮੈਂਟ ਤੇ ਆਏ ਨੇ, ਵਿਕਾਸ ਦੇ ਮੁੱਦੇ ਤੇ ਆਏ ਨੇ, 2014 ਚ ਆਏ ਨੇ। ਉਹਨਾਂ ਦਾ ਬਿਲਡ ਅਪ ਕਿਵੇਂ ਹੋਇਆ ਤੁਸੀਂ ਇਹ ਦੇਖੋ, 2002 ਦੇ ਉਹਦੇ ਬਾਅਦ ਦੰਗਿਆਂ ਤੇ ਬਾਅਦ ਜਿਸ ਤਰੀਕੇ ਦੇ ਨਾਲ ਇੱਕ ਹਿੰਦੂ ਆਈਕਨ ਦੇ ਰੂਪ ਦੇ ਵਿੱਚ ਉਹਨੂੰ ਬਿਲਡ ਕੀਤਾ ਗਿਆ, ਉਸ ਤੋਂ ਬਾਅਦ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈਗਾ ਅੱਗੇ ਲਿਆਂਦਾ, ਬਾਕੀ ਜਿਹੜੀਆਂ ਫੋਰਸਿਸ ਸੀਗੀਆਂ ਉਹ ਸਾਰੀਆਂ ਪਿੱਛੋਂ ਧੱਕਾ ਲਾਉਣ ਲੱਗ ਗਈਆਂ ਤੇ ਤੁਸੀਂ ਮੈਜੋਰੀਟੋਰੀਅਨ ਇੱਕ ਕੰਸੈਪਟ ਜਿਹੜਾ ਖੜਾ ਕਰਤਾ ਕਿ ਮੈਜੋਰਿਟੀ ਜਿਹੜੀ ਹੈਗੀ ਉਹਦੀ ਗੱਲ ਮੰਨ ਕੇ ਚੱਲੋ। ਉਹਦੀ ਗੱਲ ਮੰਨਣ ਵਾਸਤੇ ਤੁਸੀਂ ਹਿੰਦੂ ਮੁਸਲਿਮ ਕਰੋਗੇ, ਤੁਸੀਂ ਉਹ ਕਾਂਡ ਕਰੋਗੇ ਜਿਹੜੇ ਕਿ ਹੋ ਰਹੇ, ਲਿੰਚਿੰਗ ਮੌਬਸ ਕਰੋਗੇ, ਤੁਸੀਂ ਪੋਲੀਟੀਕਲ ਸਾਇੰਟਿਸਟ ਸਭ, ਤੁਸੀਂ ਜਿਹੜਾ ਸਾਰਾ ਪੋਲੀਟੀਕਲ ਸਾਇੰਸ ਦੇ ਵਿੱਚ ਸਾਨੂੰ ਪੜ੍ਹਾਉਂਦੇ ਰਹੇ ਸੀ ਕਿ ਕਨਸਟੀਟਿਊਸ਼ਨਲ ਫਰੇਮਵਰਕ ਹੈ, ਚੈਕਸ ਐਂਡ ਬੈਲੈਂਸਿਸ ਦਾ ਸਿਸਟਮ ਹੈ, ਉਹ ਸਾਰੇ ਨੇ ਕੰਮ ਕਿਉਂ ਨਹੀਂ ਕੀਤਾ ਜੇ ਮੈਜੋਰਿਟੇਰੀਅਨ ਆਰਗੂਮੈਂਟ ਬਣ ਗਿਆ? ਇੱਕ ਲੰਬੇ ਸਮੇਂ ਤੱਕ ਪ੍ਰੋਬਲਮ ਹੈ ਉਸ ਫਰੇਮਵਰਕ ਦੇ ਵਿੱਚ, ਇੱਕ ਲੰਬੇ ਸਮੇਂ ਤੱਕ ਉਸਨੇ ਕੰਮ ਕੀਤਾ। ਉਸ ਵੇਲੇ ਤੱਕ ਜਿਸ ਵੇਲੇ ਤੱਕ ਕਾਂਗਰਸ ਉਹਨਾਂ ਆਈਡੀਅਲਸ ਨਾਲ ਜੁੜੀ ਰਹੀ, ਜਿਹੜੇ ਆਈਡੀਅਲ ਜਿਹੜੇ ਸੀਗੇ ਕਾਂਗਰਸ ਦੇ ਉਹਨਾਂ ਆਈਡੀਅਲਸ ਤੇ ਜੁੜਨ ਤੇ ਅਸੀਂ ਕਾਂਗਰਸ ਦੇ ਬਾਅਦ ਮੈਂ ਤੁਹਾਨੂੰ ਦੱਸਦਾ, ਇੱਕ ਦੇਖੋ, ਇੱਕ ਕਾਂਗਰਸ ਡੋਮੀਨੈਂਟ ਪੋਲੀਟੀਕਲ ਸਿਸਟਮ ਸੀਗਾ ਇੰਡੀਆ ਦੇ ਵਿੱਚ 1967 ਤੱਕ। 1967 ਦੇ ਬਾਅਦ ਜਿਸ ਤਰੀਕੇ ਨਾਲ ਖੋਰਾ ਲੱਗਣ ਲੱਗਿਆ ਔਰ ਕਾਂਗਰਸ ਨੇ ਸੱਤਾ ਦੇ ਵਾਸਤੇ ਕੰਪਰੋਮਾਈਜ਼ ਕਰਨੇ ਸ਼ੁਰੂ ਕੀਤੇ, ਉਹ ਕੰਪਰੋਮਾਈਜ਼ ਦਾ ਨਤੀਜਾ ਹੈਗਾ ਕਿ ਅੱਜ ਰਾਹੁਲ ਗਾਂਧੀ ਹਰ ਮੰਦਰ ਦੇ ਵਿੱਚ ਤੁਰਿਆ ਫਿਰਦਾ। ਅਦਰਵਾਈਜ਼ ਕਾਂਗਰਸ ਦਾ ਕਲਚਰ ਤਾਂ ਨਹੀਂ ਥਾ। ਤੁਸੀਂ ਦੇਖੋ ਕਿੱਥੇ ਕਲਚਰ ਜਿਹੜਾ ਸੀਗਾ ਨਹਿਰੂ ਦਾ ਸੀਗਾ, ਕਿੱਥੇ ਕਲਚਰ ਜਿਹੜਾ ਹੈਗਾ ਅੱਜ ਆ ਗਿਆ। ਤੁਸੀਂ ਉਸ ਏਜੰਡੇ ਵੱਲ ਤੁਰ ਪਏ ਹੋ ਜਿਹੜਾ ਏਜੰਡਾ ਤੁਹਾਡਾ ਵਿਰੋਧੀਆਂ ਦਾ ਸੀਗਾ। ਕਲਚਰ ਤਾਂ ਇਹ ਉਸ ਏਜੰਡੇ ਨੂੰ ਜਿਹੜਾ ਹੈਗਾ ਪਹਿਲੂ ਖਾਨ ਨੂੰ ਲਾ ਕੇ ਮਾਰ ਦਿੱਤਾ ਜਾਵੇ, ਜੁਨੈਦ ਨੂੰ ਲਾ ਕੇ ਮਾਰ ਦਿੱਤਾ ਜਾਵੇ। ਪਰ ਇਹ ਦੇਖੋ ਪ੍ਰੋਫੈਸਰ ਰਾਜੀਵ ਲੋਚਨ ਜੀ, ਹੁਣ ਇਹਨਾਂ ਦਾ ਸੱਜਣ ਦਾ ਬਿਆਨ ਸੁਣੋ। ਇਹ ਕੈਂਡੀਡੇਟ ਨੇ, ਉਮੀਦਵਾਰ ਨੇ, ਸੰਵਿਧਾਨ ਦੀ ਸਹੁੰ ਤਾਂ ਚੁੱਕਣਗੇ ਹੀ, ਜਿਸ ਵੇਲੇ ਕਾਗਜ਼ ਭਰੇ ਹੋਣਗੇ ਉਸ ਵੇਲੇ ਵੀ ਚੁੱਕੀ ਹੋਵੇਗੀ। ਬੀਜੇਪੀ ਦੇ ਕੈਂਡੀਡੇਟ ਨੇ ਦਬੋਈ ਅਸੈਂਬਲੀ ਸੀਟ ਤੋਂ ਗੁਜਰਾਤ ਤੋਂ। ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਦਾੜੀ ਟੋਪੀਆਂ ਵਾਲੇ ਨੇ ਇਹਨਾਂ ਦੇ ਨੰਬਰ ਕੁਝ ਘਟਾਉਣੇ ਪੈਣਗੇ। ਸ਼ੈਲੇਸ਼ ਮਹਿਤਾ ਸੋਟਾ ਜੀ ਇਹਨਾਂ ਦਾ ਨਾਮ ਹੈ। ਉਹ ਬਾਅਦ ਵਿੱਚ ਉਹਨਾਂ ਨੂੰ ਲੋਕਾਂ ਨੇ ਪੁੱਛਿਆ ਕਿ ਤੁਸੀਂ ਦਾੜੀ ਟੋਪੀਆਂ ਵਾਲੇ ਕਿਹਨਾਂ ਨੂੰ ਕਹਿ ਰਹੇ ਸੀ? ਉਹ ਕਹਿੰਦੇ ਮੈਂ ਐਂਟੀ ਸੋਸ਼ਲ ਐਲੀਮੈਂਟਸ ਦਾ ਜ਼ਿਕਰ ਕਰ ਰਿਹਾ ਸੀ। ਵੈਸੇ ਉਹਨਾਂ ਦੀ ਕਨਸਟੀਟੂਐਂਸੀ 'ਚ 37% ਮੁਸਲਿਮਸ ਦੀ ਪਾਪੂਲੇਸ਼ਨ ਹੈ। ਬਾਅਦ ਵਿੱਚ ਕਿਸੇ ਨੂੰ ਭੁਲੇਖਾ ਨਾ ਰਹਿ ਜਾਵੇ, ਉਹਨਾਂ ਨੇ ਨਾਲ ਲੋਕਾਂ ਨਾਲ ਵਾਅਦਾ ਕੀਤਾ ਕਿ ਜੇ ਤੁਸੀਂ ਮੈਨੂੰ ਵੋਟ ਦਿਓਗੇ ਤਾਂ ਮੈਂ ਇੱਕ ਸਿੰਗਲ ਪੈਸਾ ਵੀ ਕਿਸੇ ਮਸਜਿਦ ਜਾਂ ਮਦਰਸੇ ਨੂੰ ਨਹੀਂ ਦਿਆਂਗਾ। ਉਹਨਾਂ ਦੇ ਵਿਰੋਧੀ ਵੀ ਉਹਨਾਂ ਦੀ ਗ੍ਰਿਫਤਾਰੀ ਦੀ ਕੋਈ ਡਿਮਾਂਡ ਨਹੀਂ ਕਰ ਰਹੇ ਕਿਉਂਕਿ ਇਹਦੇ ਨਾਲ ਉਹਨਾਂ ਦੀਆਂ ਵੋਟਾਂ ਘਟ ਸਕਦੀਆਂ ਨੇ। ਇਸ ਕਿਸਮ ਦੇ ਹਾਲਾਤ ਤੱਕ ਤੁਸੀਂ ਕਿਵੇਂ ਸਾਨੂੰ ਲੈ ਆਏ ਉਹ ਸਾਰੇ ਮਾਡਲ ਦੇ ਬਾਵਜੂਦ, ਜਿਹਦੇ गुणगान डॉक्टर खालिद कर रहे हैं कि ਅਸੀਂ बड़ा ਵਧੀਆ संविधान बनाया ਸੀ। ये बहुत हद तक उस बात से जुड़ा जो आपने पहले बाली साहब से और खालिद से पूछी कि हमारे यहाँ ये जो आइडेंटिटी पॉलिटिक्स चल रही है ये कैसी चल रही है। तो एक उसमें जो इंटरेस्टिंग चीज़ देखने वाली है वो तो ये है कि हमारे देश में जहाँ की हम
2,500 साल का इतिहास और 5-10 हज़ार साल का प्री हिस्ट्री मान के चलते हैं, या हमें अभी तक समझ में नहीं आया कि हमारी आइडेंटिटी क्या है। जब हमें समझ में आने लगा तो क्या हम करने लगे कि तुमने मेरे को कमीना बोला, अब मैं तुम्हें ज़्यादा से ज़्यादा कमीनपन करके दिखाऊंगा। ये जो आप सोटा साहब की बात कर रहे हो, ये तो बिल्कुल ऐसी बात कर रहे हैं जो कि इतनी ओछी है, जो कि किसी भी सभ्य समाज में, चाहे वो हिंदू समाज हो, चाहे वो मुस्लिम समाज हो, चाहे वो सेक्युलर समाज हो, चाहे वो धार्मिक समाज हो, होनी नहीं चाहिए। तो यदि वो ऐसा कहते हैं और उनकी बात को इतनी मान्यता मिलती है लोगों से, इतना सपोर्ट मिलता है लोगों की तरफ से, तो इसका तो मतलब यही निकला कि आपने कहा था कि हम गिर रहे हैं, अब देखिए हम और कितना नीचे गिर के दिखाएंगे। तो व्हाट इज द वे आउट? व्हाट इज द वे आउट? कि डेमोक्रेटिक मॉडल ਨੂੰ ਫਿਕਸ ਕਰਨ ਦੀ ਜ਼ਰੂरਤ ਹੈ। इस समाज को तय करना पड़ेगा कि क्या उनके लिए इस तरह के घटियापन का बिहेवियर अच्छा है, या उनको ये घटियापन छोड़ना पड़ेगा। आप ख्याल करो, पंजाब में टेररिज्म का जब एक्सपीरियंस हुआ था, व्हाट आर यू सेइंग कि ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਕੋਈ ਇਹੋ ਜਿਹਾ ਲਾ ਲਿਆਵਾਂ ਜਿਹੜਾ ਕਮਿਊਨਲ ਐਲੀਮੈਂਟਸ ਨੂੰ ਚੈੱਕ ਵਿੱਚ ਰੱਖੇ, ਜਾਂ ਮੈਂ ਓਵਰਆਲ ਡੈਮੋਕ੍ਰੈਟਿਕ ढांचे ਨੂੰ ਰਿਵਿਊ ਕਰਾਂ ਕਿ ਇਹ ਉਹਨਾਂ ਲੋਕਾਂ ਲਈ स्पेस ਛੱਡਦਾ ਹੈ जेडे एबिरेशंस ने पार्लियामेंट्री डेमोक्रेसी। ना इसमें लॉ कुछ कर सकता है, ना इसमें कॉन्स्टिट्यूशनल रिव्यू कर सकता है, ना इसमें चेक्स एंड बैलेंसेस काम करेंगे। इसमें यदि हम चाहते हैं कुछ होने के लिए तो हर व्यक्ति को आत्मचिंतन करना पड़ेगा कि हम गलत काम का समर्थन ना करें। शंभूलाल रैगर ते आत्मचिंतन करते मैं कदों तक डिपेंडेंट रहा कि वो किसी मुसलमान नु को के मार के अपने नेफ्यू तो वीडियो बनवा के तो सर्कुलेट ना करया करे ताकि लोगों के दिल नु दुख ना हो। शंभूलाल रैगर वाला जो केस होता है वो घटियापन की चरम सीमा होती है, और जब आपका समाज उस चरम सीमा को भी एक्सेप्ट करता है कि ये नॉर्मल और नेचुरल है, तो फिर आपको सोचना पड़ेगा कि आपके लॉज तो सारे कोलैप्स कर गए। हाउ डू यू डील जिस प्राइम मिनिस्टर ਇਹ ਕਵੇ ਕਿ ਦੂਸਰੀ ਪਾਰਟੀ ਦਾ ਪ੍ਰਧਾਨ ਜੀ ਬਣ ਰਿਹਾ ਜਿਵੇਂ ਜਹਾਂਗੀਰ ਤੋਂ ਬਾਅਦ ਔਰੰਗਜ਼ੇਬ ਬਣਿਆ ਸੀ, ਜਿਹੜਾ ਸਾਰਾ ਵਾਰਤਾਲਾਪ ਹੈ, ਜਿਹੜਾ ਨੈਰੇਟਿਵ ਹੈ ਪੋਲਿਟਿਕਸ ਦਾ, ਉਹ ਇਹਨਾਂ ਟਰਮਸ ਵਿੱਚ ਹੋਣ ਲੱਗੇ। ਸਵਾਲ ਇਹੀ ਹੈ ਕਿ ਜਿਹੜੀ ਵੋਕੈਬਲਰੀ ਹੈ, ਜਦੋਂ ਤੁਸੀਂ ਇੱਕ ਪਹਿਲਾਂ ਲੈ ਕੇ ਚੱਲਦੇ ਹੋ, ਲੋਕਾਂ ਦੀਆਂ ਬਹੁਤ ਸਾਰੀਆਂ ਸੱਧਰਾਂ ਹੁੰਦੀਆਂ ਨੇ, ਗਵਰਨਮੈਂਟ ਨੂੰ ਚੁਣਦਾ ਕਿਉਂ ਹੈ? ਕੋਈ ਇੱਕ ਐਗਰੀਮੈਂਟ ਕਰਦਾ, ਸਾਡਾ ਸੋਸ਼ਲ ਐਗਰੀਮੈਂਟ ਹੈ ਗਵਰਨਮੈਂਟ ਨਾਲ 5 ਸਾਲ ਲਈ ਜੀ, ਕਿ ਤੁਸੀਂ ਮੈਨੂੰ ਰੁਜ਼ਗਾਰ ਵੀ ਦਿਓਗੇ, ਤੁਸੀਂ ਮੇਰੀ ਪ੍ਰੋਟੈਕਸ਼ਨ ਵੀ ਕਰੋਗੇ, ਤੁਸੀਂ ਮੈਨੂੰ ਜਾਨ ਮਾਲ ਦੀ ਰਾਖੀ ਟੋਟਲ ਕਰੋਗੇ, ਸਾਰਾ ਕੁਝ ਹੈ। ਜਦੋਂ ਚ ਫਲॉप ਹੁੰਦੀ ਹੈ ਸਰਕਾਰ, ਨਹੀਂ ਉਹਦੇ ਵਿੱਚ ਇਹ ਵੀ ਤਾਂ ਹੈ ਕਿ ਜਦੋਂ ਤੁਸੀਂ ਆਓਗੇ ਉਹਦੇ ਚ ਫਲॉप ਹੈ, ਮੇਰੇ ਧਰਮ ਨੂੰ ਤੇ ਮੇਰੀ ਆਸਥਾ ਨੂੰ ਚਰਮ ਸੀਮਾ ਦੇ ਉੱਤੇ ਤੁਸੀਂ ਸਮਝੋਗੇ। 800 ਸਾਲਾਂ ਤੋਂ ਜਿਨ੍ਹਾਂ ਦਾ ਰਾਜ ਸੀ ਉਹਨਾਂ ਦਾ ਦੁਬਾਰਾ ਆਇਆ, ਮੈਂ ਸੋਚ ਕੇ ਤੁਹਾਨੂੰ ਵੋਟ ਪਾ ਰਿਹਾ। अशोक सिंघल जी ने समझाया नहीं, अशोक सिंघल ने की समझाया? अशोक सिंघल प्राइम मिनिस्टर नहीं है इस कंट्री का, कोई नाम किसी पार्लियामेंट का मेंबर है, नाम किसी और वाइस प्रेसिडेंट साहब ने, कल वाइस प्रेसिडेंट भैया नायडू जी ने कल कहा कि अशोक सिंघल हिंदुइज्म दे सब तो अच्छे प्रोपोनेंट ने। ਉਹ ਕਹਿੰਦੇ ਨੇ, ਕਹਿਣ ਕੋਈ ਹਿੰਦੂਇਜ਼ਮ ਦਾ ਹੋਏ, ਕੋਈ ਸਿੱਖੀਜ਼ਮ ਦਾ ਹੋਏ, ਕੋਈ ਮੁਸਲਿਮ ਦਾ ਹੋਏ, ਅਲੱਗ ਕੁਐਸਚਨ ਹੈ, ਪਰ ਜਦੋਂ ਇੱਕ ਕਨਸਟੀਟਿਊਸ਼ਨਲੀ ਇਲੈਕਟਡ ਗਵਰਨਮੈਂਟ ਤੋਂ ਕੀ ਤਵੱਕੋ ਕੀਤੀ ਜਾਂਦੀ ਹੈ, ਕੁਐਸਚਨ ਉਹਦਾ ਹੈ, ਉਹਦੇ ਲੀਡਰ ਕੀ ਬੋਲਦੇ ਨੇ। ਇਹ ਮੈਨੂੰ ਇਹ ਲੱਗਦਾ ਕਿ ਪਹਿਲਾਂ ਤਾਂ ਆਇਡੈਂਟੀਟੀ ਪੋਲਿਟਿਕਸ ਸਾਡੇ ਕਨਸਟੀਟਿਊਸ਼ਨ ਦੇ ਫਰੇਮਵਰਕ ਤੋਂ ਹੀ ਸਟਾਰਟ ਹੋ ਗਈ ਸੀ। 1950 ਚ ਜਿਹੜਾ ਸੰਵਿਧਾਨ ਅਸੀਂ ਲਾਗੂ ਕੀਤਾ, ਸਾਰੀਆਂ ਮਿਨੋਰਟੀ ਚ ਇੱਥੇ ਮਾਸਟਰ ਤਾਰਾ ਸਿੰਘ ਅਰੈਸਟ ਹੋ ਗਏ ਪਹਿਲਾਂ ਹੀ ਕਿ ਸਾਨੂੰ ਤਾਂ ਉਹ ਚੀਜ਼ ਨਹੀਂ ਮਿਲੀ ਜਿਹੜੀ ਚੀਜ਼ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ, ਫੈਡਰਲ ਪੋਲਿਟਿਕਸ ਨਹੀਂ ਹੈ। ਉੱਥੇ ਲਾਲ ਡੇਂਗਾ ਆਪਣੀ ਗੱਲ ਕਰਦਾ ਤੇ ਇੱਧਰ ਸ਼ੇਖ ਅਬਦੁੱਲਾ ਆਪਣੀ ਗੱਲ ਕਰਦਾ ਉਸ ਤਰੀਕੇ ਦੇ ਨਾਲ। ਉਹਨੂੰ ਅਸੀਂ ਕਹਿੰਦੇ ਸੀ ਕਿ ਇਹ ਮਿਨੋਰਟੀ ਦਾ ਆਇਡੈਂਟੀਟੀ ਪੋਲਿਟਿਕਸ ਹੈ। ਹੁਣ ਅਸੀਂ ਪਹਿਲੀ ਵਾਰ ਸੱਤਾ ਚ ਆਈ ਹੋਈ ਮੈਜੋਰਿਟੇਰੀਅਨ ਬਹੁਗਿਣਤੀ ਦਾ ਜਿਹੜਾ ਆਇਡੈਂਟੀਟੀ ਪੋਲਿਟਿਕਸ ਦੇਖ ਰਹੇ ਹਾਂ, ਤੇ ਜਿਹਦਾ ਅਸਰ ਦਿਖ ਰਿਹਾ ਕਿ ਸੱਤਾ ਤੇ ਜਦੋਂ ਮੈਜੋਰਿਟੀ ਮਿਲ ਕੇ ਕੰਮ ਕਰਦੀਆਂ ਨੇ ਤਾਂ ਉਹਦਾ ਅਸਰ ਬਹੁਤ ਵਿਆਪਕ ਹੁੰਦਾ, ਵੱਡੇ ਪੱਧਰ ਦੇ ਉੱਤੇ ਹੁੰਦਾ। ਔਰ ਇਸੇ ਕਰਕੇ ਜਿਹੜਾ ਉਹ ਸੋਲੂਸ਼ਨ ਉਸ ਡੈਮੋਕ੍ਰੈਟਿਕ ਸੋਲੂਸ਼ਨ, ਇਹਦਾ ਮੈਂ ਨਹੀਂ ਮੰਨਦਾ ਕਿ ਸੰਵਿਧਾਨ ਤੇ ਕਾਨੂੰਨ ਚ ਨਹੀਂ ਹੁੰਦਾ, ਉਹਦਾ ਵੀ ਇੱਕ ਹਿੱਸਾ ਹੁੰਦਾ ਉਹਦੇ ਚ, ਤੇ ਲੋਕਾਂ ਦੀ ਇੱਕ ਟ੍ਰੇਨਿੰਗ ਦਾ ਹਿੱਸਾ ਵੀ ਹੁੰਦਾ। ਤੇ ਜੇ ਕਨਸਟੀਟਿਊਸ਼ਨਲ ਟਰੂਲੀ ਫੈਡਰਲ ਸੈਟਅਪ ਦੇ ਵਿੱਚ ਹੋਵੇ, ਇਲੈਕਟੋਰਲ ਪ੍ਰੋਸੈਸ ਚ ਸਾਡੇ 30% ਵੋਟਾਂ ਲੈ ਕੇ ਤੁਸੀਂ 282 ਸੀਟਾਂ ਪਾਰਲੀਮੈਂਟ ਚ ਲਿਜਾ ਸਕਦੇ ਹੋ, ਮੈਜੋਰਿਟੀ ਤੁਹਾਡੇ ਤੋਂ ਉਲਟ ਵੀ ਹੋਵੇ, ਤਾਂ ਵੀ ਅਸੀਂ ਕਹਿੰਦੇ ਕਿ ਗੱਲ ਠੀਕ ਹੈ। ਇਹਦਾ ਵੀ ਕੋਈ ਨਾ ਕੋਈ ਸੈਟਅਪ ਸੋਚਣਾ ਪਏਗਾ। ਦੁਨੀਆ ਦੇ ਵਿੱਚ ਅਨੁਪਾਤਕ ਪ੍ਰਤੀਨਿਧਤਾ ਦਾ ਅਸੂਲ ਵੀ ਲਾਗੂ ਹੈ, ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਦਾ ਅਸੂਲ ਵੀ ਲਾਗੂ ਹੈ। ਜਿੱਥੇ ਤੁਸੀਂ ਇੱਕ ਦੇ ਰਹੇ ਹੋ ਯੂਪੀ ਵਰਗੀ ਸਟੇਟ 'ਚ, ਜਦੋਂ ਤੁਸੀਂ ਉਹ ਨਹੀਂ ਕਰਦੇ ਤਾਂ ਤੁਸੀਂ ਇੱਕ ਰਿਪਰੈਜ਼ੈਂਟੇਸ਼ਨ ਦਿੰਦੇ ਹੋ ਸੱਤਾ ਦੇ ਵਿੱਚ ਬਰਾਬਰ ਦੀ, ਜਿੰਨਾ ਕਿ ਤੁਹਾਡਾ ਸੈਟਅਪ ਹੈ। ਜਿਹੜੀ ਸਾਡੇ ਵਰਗੀ ਪੋਲਿਟਿਕਸ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਰੀਥਿੰਕ ਕਰਨਾ ਪਏਗਾ। ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ ਹਮੀਰ ਜੀ, ਪਰ ਦੇਖੋ ਇੱਕ ਤਾਂ ਸੱਚ ਇਹ ਹੈ ਕਿ ਇੱਕ ਤਾਂ ਜਿਹੜੀ ਇਹ ਨਫ਼ਰਤ ਦੀ ਰਾਜਨੀਤੀ ਹੈ ਉਹ ਕਿਸੇ ਇੱਕ ਸਾਈਡ ਤੋਂ ਨਹੀਂ ਕੀਤੀ ਜਾ ਰਹੀ। ਜੇ ਤੁਸੀਂ ਕੇਰਲਾ ਤੋਂ ਆਉਂਦੀਆਂ ਆਵਾਜ਼ਾਂ ਸੁਣੋ ਤਾਂ ਨਫ਼ਰਤ ਦੀ ਰਾਜਨੀਤੀ ਦੂਜੀ ਸਾਈਡ ਤੋਂ ਵੀ ਹੈ। ਓਵੈਸੀ ਭਰਾਵਾਂ ਦੇ ਜਿਹੜੇ ਬਿਆਨ ਨੇ ਉਹ ਕੋਈ ਘੱਟ ਹੇਟ ਸਪੀਚ ਵਾਲੇ ਨਹੀਂ ਹੈ, ਤੇ ਜਿਹੜਾ ਸੋਸ਼ਲ ਮੀਡੀਆ ਹੈ ਉਹ ਮੁਸਲਿਮ ਹੇਟ ਸਪੀਚ ਤੇ ਹਿੰਦੂ ਹੇਟ ਸਪੀਚ ਨਾਲ ਉਂਝ ਹੀ ਭਰਿਆ ਹੋਇਆ, ਤੇ ਉਹਦੇ 'ਚ ਸਿੱਖ ਹੇਟ ਸਪੀਚ ਦੀ ਵੀ ਕੋਈ ਕਮੀ ਨਹੀਂ ਹੈ। ਮੈਂ ਅਗਰ ਜਿਵੇਂ ਅਗਲੇ ਸੈਗਮੈਂਟ ਜਾਵਾਂ, ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਪੰਜਾਬ ਦਾ ਆਪਣਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਹੈ, ਤੇ ਇਹ ਵੀ ਕਿ ਪੰਜਾਬ ਦੇ ਵਿੱਚ ਇਸ ਹਿੰਦੂ ਮੁਸਲਿਮ
ਬਿਆਨਬਾਜ਼ੀ ਵਾਲਾ ਜਿਹੜਾ ਵਰਤਾਰਾ ਪੂਰੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਇਹਦੇ ਨਾਲ ਇੰਗੇਜਮੈਂਟ ਕਿਉਂ ਦਿਖਾਈ ਨਹੀਂ ਦਿੰਦੀ? ਪਰ ਇਸ ਬ੍ਰੇਕ ਤੋਂ ਬਾਅਦ ਹਮੀਰ ਸਿੰਘ ਜੀ, ਜਿਹੜੀਆਂ ਪੰਜਾਬ ਦੇ ਵਿੱਚ ਕਿਲਿੰਗਸ ਹੋਈਆਂ, ਟਾਰਗੇਟਿਡ ਕਿਲਿੰਗਸ ਜਿਨ੍ਹਾਂ ਨੂੰ ਕਹਿੰਦੇ ਨੇ, ਇਹ ਤਾਂ ਬੜਾ ਯੂਫੇਮਿਜ਼ਮ ਜਿਹਾ, ਟਾਰਗੇਟਿਡ ਕਿਲਿੰਗਸ ਕੀ ਹੁੰਦੀਆਂ? ਬੇਸਿਕਲੀ ਇਹ ਹੇਟ ਕ੍ਰਾਈਮਸ ਨੇ। ਹਿੰਦੂ ਜਾਂ ਹਿੰਦੂਤਵਾ ਆਰਗੇਨਾਈਜੇਸ਼ਨਸ ਦੇ ਲੀਡਰਸ ਨੂੰ, ਉਹਨਾਂ ਦਾ ਸਟੈਂਡ ਭਾਵੇਂ ਗਲਤ ਹੋਵੇ ਜਾਂ ਠੀਕ ਹੋਵੇ, ਕਿਸੇ ਨੇ ਮਿੱਥ ਕੇ ਮਾਰਿਆ, ਤੇ ਇਹ ਆਊਟ ਐਂਡ ਆਊਟ ਹੇਟ ਕ੍ਰਾਈਮਸ ਨੇ। ਦੁਨੀਆ 'ਚ ਕਿਧਰੇ ਵੀ ਇਹਨਾਂ ਨੂੰ ਕਿਸੇ ਹੋਰ ਨਜ਼ਰ ਨਾਲ ਨਹੀਂ ਦੇਖਿਆ ਜਾ ਸਕਦਾ। ਇਹ ਜਿਹੜਾ ਪੰਜਾਬ ਇਸ ਵਰਤਾਰੇ ਵਿੱਚੋਂ ਨਿਕਲ ਰਿਹਾ ਹੋਵੇ, ਉਹ ਦੇਸ਼ ਦੇ ਵਿੱਚ ਹੁੰਦੇ ਹੇਟ ਕ੍ਰਾਈਮਸ ਦੇ ਸਾਰੇ ਨੈਰੇਟਿਵ ਤੋਂ ਕਿਵੇਂ ਵੱਖ ਰਹਿ ਜਾਂਦਾ ਹੈ? ਪੰਜਾਬ ਦੇ ਵਿੱਚ ਅਸੀਂ ਇਹ ਚਰਚਾ ਕਿਉਂ ਨਹੀਂ ਸੁਣਦੇ? ਜੇ ਯੋਗੀ ਆਦਿੱਤਿਆਨਾਥ ਕੁਝ ਬੋਲਦੇ ਨੇ ਜਾਂ ਪ੍ਰਧਾਨ ਮੰਤਰੀ ਕੁਝ ਕਹਿੰਦੇ ਨੇ ਜਾਂ ਕੋਈ ਜਵਾਬ ਦੇ ਵਿੱਚ ਉਹਨਾਂ ਨੂੰ ਕੁਝ ਘਟੀਆ ਸ਼ਬਦ ਬੋਲਦੇ ਆ, ਮਨੀ ਸ਼ੰਕਰ ਅਈਅਰ ਪ੍ਰਧਾਨ ਮੰਤਰੀ ਦੇ ਬਾਰੇ ਇਸ ਕਿਸਮ ਦਾ ਸ਼ਬਦ ਬੋਲ ਰਹੇ ਸੀ ਜਿਹੜੇ ਅਸੀਂ ਪ੍ਰੋਗਰਾਮ 'ਚ ਵੀ ਰਿਪੀਟ ਨਹੀਂ ਕਰਨਾ ਚਾਹੁੰਦੇ। ਕਿਉਂ ਪੰਜਾਬ ਦੇ ਵਿੱਚ ਜਿਹੜਾ ਜਿੱਥੇ ਮਾਈਨੋਰਿਟੀਜ਼ ਦਾ ਇੰਨਾ ਸੁਰ ਵੱਡਾ ਰਿਹਾ, ਜਿੱਥੇ ਫੈਡਰਲਿਜ਼ਮ ਦੀਆਂ ਆਵਾਜ਼ਾਂ ਇੰਨੀਆਂ ਸਟਰੋਂਗ ਰਹੀਆਂ ਨੇ, ਉਹ ਇਹ ਦੇਸ਼ ਦੇ ਵਿੱਚ ਚੱਲਦੇ ਨੈਰੇਟਿਵ ਨਾਲ ਕਿਉਂ ਨਹੀਂ ਜੁੜ ਰਿਹਾ? ਮੈਨੂੰ ਇਹ ਲੱਗਦਾ ਕਿ ਇੱਕ ਸਮੇਂ ਤੱਕ ਸਾਡੀ ਜਿਹੜੀ ਸਿਆਸਤ ਹੈ ਉਹ ਕਿਤੇ ਨਾ ਕਿਤੇ ਵਿਚਾਰਧਾਰਾ ਡਰਿਵਨ ਰਹੀ ਹੈ, ਕਿ ਵਿਚਾਰਧਾਰਾਵਾਂ ਤੋਂ ਤੈਅ ਹੁੰਦੀਆਂ ਸੀ ਕਿ ਮੈਂ ਕੀ ਕਰਨਾ ਹੈ। ਹਰ ਹੀਲੇ ਸੱਤਾ 'ਚ ਪਹੁੰਚਣ ਦਾ ਜਿਹੜਾ ਏਮ ਸੀ ਉਹ ਸ਼ਾਇਦ ਸੈਕੰਡਰੀ ਏਮ ਸੀ, ਨੰਬਰ 1 ਏਮ ਨਹੀਂ ਸੀ। ਹੁਣ ਜਦੋਂ ਹਰ ਹੀਲੇ ਸੱਤਾ ਦੇ ਵਿੱਚ ਹਿੱਸੇਦਾਰੀ ਲੈਣ ਦਾ ਜਿਹੜਾ ਏਮ ਹੈ, ਉਹਨੇ ਜਿਹੜੇ ਤੁਹਾਡੀ ਵੈਲਿਊ ਸਿਸਟਮ, ਤੁਹਾਡੀ ਵਿਚਾਰਧਾਰਾ, ਤੁਹਾਡੇ ਜਿਹੜੇ ਡਿਫਰੈਂਟ ਸਟੈਂਡ ਲੈਣ ਦੀ ਕਾਬਲੀਅਤ ਹੈ ਤੇ ਜਿਹੜੀ ਸਮਰੱਥਾ ਹੈ, ਉਹਨੂੰ ਕਿਤੇ ਨਾ ਕਿਤੇ ਜੰਗਾਲ ਲਾਤਾ, ਉਹ ਕਿਤੇ ਨਾ ਕਿਤੇ ਰੁਕ ਗਈ ਹੈ। ਔਰ ਸ਼ਾਇਦ ਇਸੇ ਕਰਕੇ ਜਿਹੜੇ ਇੱਥੇ ਪੰਜਾਬ ਦੀ ਮਿਨੋਰਿਟੀ ਨੂੰ ਰਿਪਰੈਜ਼ੈਂਟ ਕੌਣ ਕਰਦਾ? ਅਕਾਲੀ ਦਲ। ਅਕਾਲੀ ਦਲ ਨੇ ਜੇ ਸਿੱਖ ਫਿਲਾਸਫੀ ਤੋਂ ਸਟੈਂਡ ਲੈਣਾ ਹੋਵੇ, ਜਿਹੜਾ ਕਿ ਹਿਊਮਨ ਰਾਈਟਸ ਤੇ ਗੁਰੂ ਤੇਗ ਬਹਾਦਰ ਇੱਥੋਂ ਜਾਂਦੇ ਨੇ ਕਿ ਤੁਸੀਂ ਜ਼ਬਰਦਸਤੀ ਕਿਸੇ ਦੇ ਧਰਮ ਦੇ ਹਮਲਾ ਨਹੀਂ ਕਰ ਸਕਦੇ, ਮੈਂ ਸੈਕਰੀਫਾਈਸ ਕਰਨ ਲਈ ਤਿਆਰ ਹਾਂ, ਮੈਂ ਕੁਰਬਾਨੀ ਕਰਨ ਲਈ ਤਿਆਰ ਹਾਂ ਉਹਦੇ 'ਚ, ਔਰ ਇਹਨੂੰ ਸੁਪਰੀਮ ਸੈਕਰੀਫਾਈਸ ਅਸੀਂ ਮੰਨਦੇ ਵੀ ਹਾਂ, ਸਾਰੀਆਂ ਕਮਿਊਨਿਟੀਜ਼ ਵੀ ਮੰਨਦੀਆਂ ਨੇ। ਜਿਹੜਾ ਐਂਟੀ ਮਾਈਨੋਰਿਟੀ ਆਵਾਜ਼ਾਂ ਉਹਨਾਂ ਦੇ ਨਾਲ ਖੜਾ ਦਿਖਾਈ ਦੇਣਾ ਚਾਹੀਦਾ। ਔਰ ਜਿੱਥੇ ਵੀ ਕਿਤੇ ਹੁੰਦਾ, ਤੇ ਜੇ ਤਾਂ ਉਸ ਫਿਲਾਸਫੀ ਤੋਂ ਤੈਅ ਕਰਨਾ, ਇਨਸਾਨੀਅਤ ਦੇ ਐਂਗਲ ਤੋਂ ਤੈਅ ਕਰਨਾ, ਗੁਰੂ ਨਾਨਕ ਦੀ ਫਿਲਾਸਫੀ ਤੋਂ ਤੈਅ ਕਰਨਾ, ਤਾਂ ਹਰ ਕਿਲਿੰਗ ਦਾ ਵਿਰੋਧ ਕਰਨਾ ਚਾਹੀਦਾ। ਹਿਊਮਨ ਰਾਈਟਸ ਦੇ ਨਾਂ ਤੇ ਅਕਾਲੀ ਦਲ, ਅਸੀਂ ਐਮਰਜੈਂਸੀ ਦਾ ਵਿਰੋਧ ਕੀਤਾ ਸਭ ਤੋਂ ਜ਼ਿਆਦਾ, ਲੰਬੀ ਲੜਾਈ ਲੜੀ ਵੀ ਹੈ। ਪਰ ਉਹ ਲੜਾਈ ਜਦੋਂ ਉਦੋਂ ਤੋਂ ਥੜਕ ਕੇ ਤੁਹਾਨੂੰ ਲੱਗਦਾ ਕਿ ਉੱਪਰ ਗਵਰਨਮੈਂਟ ਨਾਲ ਫਿਰ ਤਾਂ ਸਾਡੀ ਮਿਨਿਸਟਰੀ ਵੀ ਜਾਊਗੀ, ਫਿਰ ਤਾਂ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਅਸੀਂ ਵੀ ਸ਼ਾਇਦ ਹਾਰ ਜਾਵਾਂਗੇ ਜੇਕਰ ਇਹ ਲਿਆ ਤਾਂ ਤੁਸੀਂ। ਜਿਸ ਵੇਲੇ ਉਹਨਾਂ ਨੂੰ ਆਪਣੀ ਪੋਲਿਟਿਕਸ ਦੇ ਨਾਲ ਅਲਾਈਨਡ ਲੱਗਾ, ਉਸ ਵੇਲੇ ਉਹ ਫੈਡਰਲਿਜ਼ਮ ਦੀ ਗੱਲ ਕਰਦੇ ਨੇ। ਆਪਣੀ ਪੋਲਿਟਿਕਸ ਜੇ ਤਾਂ ਵਿਚਾਰਕ ਐਂਗਲ ਤੋਂ ਤੁਸੀਂ ਲੈ ਲਿਓ ਕਿ ਸਭ ਦਾ ਸੱਤਾ 'ਚ ਹਿੱਸਾ ਠੀਕ ਹੋਣਾ ਚਾਹੀਦਾ, ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਹੋਣਾ ਚਾਹੀਦਾ, ਇਨਸਾਨੀ ਕਦਰਾਂ ਕੀਮਤਾਂ ਦੇ ਆਧਾਰ ਤੇ। ਜਿਸ ਵੇਲੇ ਅਮਰਿੰਦਰ ਸਿੰਘ ਨੂੰ ਸੂਟ ਕਰਨਾ, ਜੀਪ ਤੇ ਬੰਦਾ ਬੰਨ ਕੇ ਬਿਠਾਇਆ ਤਾਂ ਮੈਡਲ ਦੇ ਦਿਓ। ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਦਾ ਤਾਂ ਇੱਕ ਗੱਲ ਹੈ ਕਿ ਕਿਉਂਕਿ ਸੈਂਟਰਲਾਈਜੇਸ਼ਨ ਪਾਰਟੀਆਂ 'ਚ ਹੁਣ ਇਸ ਪੱਧਰ ਦੀ ਹੋ ਗਈ ਹੈ, ਕੋਈ ਜਾਂ ਤਾਂ ਤੁਹਾਡਾ ਚਾਪਲੂਸ ਹੋਏਗਾ ਤਾਂ ਹੀ ਪਾਰਟੀ 'ਚ ਰਹਿ ਸਕਦਾ, ਜੇ ਚਾਪਲੂਸ ਨਹੀਂ ਹੋਏਗਾ ਉਹਨੂੰ ਕੱਢ ਕੇ ਬਾਹਰ ਛੱਡਦੀ ਹੈ। ਹਰ ਪਾਰਟੀ ਦਾ ਇਹ ਅਸੂਲ ਹੈ। ਬੀਜੇਪੀ 'ਚ ਮੋਦੀ ਦੇ ਖਿਲਾਫ ਕੋਈ ਵੀ ਬੋਲੇਗਾ ਔਰ ਰਹਿ ਕੇ ਦਿਖਾਏ, ਰਾਹੁਲ ਦੇ ਖਿਲਾਫ ਕੋਈ ਵੀ ਬੋਲੇਗਾ, ਕਾਂਗਰਸ 'ਚ ਰਹਿ ਕੇ ਦਿਖਾਏ, ਸੁਖਬੀਰ ਬਾਦਲ ਦੇ ਖਿਲਾਫ ਕੋਈ ਵੀ ਬੋਲੇਗਾ ਰਹਿ ਕੇ ਦਿਖਾਏ। ਔਰ ਜਦੋਂ ਤੁਸੀਂ ਇਹ ਨਹੀਂ ਕਰਦੇ, ਸਿਸਟਮ ਕਿਵੇਂ ਬਣਾਉਂਦੇ ਹੋ ਜਿਹਦੇ ਵਿੱਚ ਇਹ ਪੋਸੀਬਲ ਹੋਵੇ ਕਿ ਵਿਅਕਤੀ ਆਪਣੀ ਆਵਾਜ਼ ਕਹਿ ਸਕੇ, ਐਵਰੇਜ ਐਮਪੀ ਕੋਈ ਪੋਲੀਟੀਸ਼ੀਅਨ ਆਪਣੀ ਗੱਲ ਕਹਿ ਸਕੇ? ਤੁਸੀਂ ਕਹਿ ਰਹੇ ਸੀਗੇ ਕਿ ਇਹ ਗੁਜਰਾਤ ਹੈ ਇਸ ਕਰਕੇ ਅਜਿਹਾ ਹੋ ਗਿਆ। ਰਾਜੀਵ ਲੋਚਨ ਜੀ ਕਹਿ ਰਹੇ ਸੀ ਜਿਹੜਾ ਸ਼ੰਭੂ ਲਾਲ ਰੈਗਰ ਨੇ ਜੋ ਕੀਤਾ, ਸ਼ੰਭੂ ਲਾਲ ਰੈਗਰ ਉਸ ਵਿਅਕਤੀ ਦਾ ਨਾਮ ਹੈ ਜਿਨੇ ਉਸ ਮੁਸਲਿਮ ਵਿਅਕਤੀ ਨੂੰ, ਅਫਰਾਜੁਲ ਨੂੰ ਕੋ ਕੇ ਮਾਰਿਆ, ਅੱਗ ਲਗਾ ਦਿੱਤੀ। ਉਹਦੇ ਨੈਫਿਊ ਨੇ, ਭਤੀਜੇ ਜਾਂ ਭਾਂਜੇ ਨੇ ਉਹਦਾ ਵੀਡੀਓ ਬਣਾਇਆ ਤੇ ਉਹਨੂੰ ਸਰਕੂਲੇਟ ਕੀਤਾ, ਤੇ ਇਹਨਾਂ ਨੇ ਕਿਹਾ ਕਿ ਉਹ ਤਾਂ ਨੀਚਤਾ ਦੀ ਹੱਦ ਤੱਕ ਗਿਰ ਚੁੱਕਾ ਇਨਸਾਨ ਸੀ। ਪ੍ਰੋਬਲਮ ਇਹ ਨਹੀਂ ਹੈ, ਸ਼ੰਭੂ ਲਾਲ ਰੈਗਰ ਦੀ ਗੱਲ ਬੜੇ ਧਿਆਨ ਨਾਲ ਸੁਣਨੀ ਪਏਗੀ। ਉਹ ਕਹਿੰਦਾ ਮੈਂ ਲਵ ਜਿਹਾਦ ਵਰਗੀਆਂ ਚੀਜ਼ਾਂ ਤੋਂ ਬਹੁਤ ਦੁਖੀ ਹਾਂ। ਉਹਨੂੰ ਲੱਗਦਾ ਹੈ ਕਿ ਇਹ ਪੀਕੇ ਤੇ ਪਦਮਾਵਤੀ ਵਰਗੀਆਂ ਫਿਲਮਾਂ ਹਿੰਦੂ ਹਿਸਟਰੀ ਨੂੰ ਜਾਣਬੁੱਝ ਕੇ ਡਿਸਟੋਰਟ ਕਰ ਰਹੀਆਂ ਨੇ, ਵਿਗਾੜ ਕੇ ਪੇਸ਼ ਕਰ ਰਹੀਆਂ ਨੇ। ਉਹਨੂੰ ਜਾਪਦਾ ਹੈ ਕਿ ਮੁਸਲਿਮਸ ਦਾ ਨੰਬਰ ਜਿਹੜਾ ਉਹ ਘਟਾਉਣਾ ਚਾਹੀਦਾ, ਉਹਨੂੰ ਜਾਪਦਾ ਹੈ ਕਿ ਇਹਨਾਂ ਨੂੰ ਕੰਟਰੋਲ ਵਿੱਚ ਰੱਖਣਾ ਚਾਹੀਦਾ। ਔਰ ਇਹ ਗੱਲਾਂ ਉਹਨੇ ਆਪਣੇ ਇਸ ਵੀਡੀਓ ਵਿੱਚ ਹੀ ਨਹੀਂ ਕਹੀਆਂ ਜਿਹੜਾ ਸਰਕੂਲੇਟ ਹੋਇਆ। ਪੁਲਿਸ ਨੇ ਉਹਨਾਂ ਦੇ ਪਹਿਲਾਂ ਦੇ ਵੀਡੀਓ ਵੀ ਫੜੇ ਨੇ ਜਿਨ੍ਹਾਂ ਵਿੱਚ ਉਸ ਤੋਂ ਵੀ ਜ਼ਿਆਦਾ ਹੇਟ ਭਰੀਆਂ ਗੱਲਾਂ, ਨਫ਼ਰਤ ਭਰੀਆਂ ਗੱਲਾਂ ਕਹੀਆਂ ਗਈਆਂ ਨੇ। ਆਫਟਰ ਆਲ ਇੱਕ ਮਾਹੌਲ, ਇੱਕ ਪੈਰਾਡਿਮ ਉਹਨੂੰ ਪ੍ਰੋਵਾਈਡ ਕੀਤਾ ਜਾਂਦਾ ਜਿਹਦੇ ਵਿੱਚੋਂ ਜਾ ਕੇ ਕਿਸੇ ਆਦਮੀ ਨੂੰ ਕੋ ਕੇ ਅੱਗ ਲਗਾ ਦਿੰਦਾ। ਜਿਹੜੇ ਲੋਕਾਂ ਨੇ ਪਹਿਲੂ ਖਾਨ ਨੂੰ ਮਾਰਿਆ ਉਹ ਕੁਝ ਸਾਲ ਪਹਿਲਾਂ ਘਰੋਂ ਨਹੀਂ ਸਨ ਨਿਕਲ ਰਹੇ, ਬਹੁਤ ਸਾਲਾਂ ਤੋਂ ਘਰੋਂ ਕਿਸੇ ਪਹਿਲੂ ਖਾਨ ਨੂੰ ਫੜਨ ਨਹੀਂ ਆਏ ਸਨ। ਇੱਕ ਮਾਹੌਲ ਬਣਿਆ ਜਿਨ੍ਹਾਂ ਨੇ ਉਹਨਾਂ ਨੂੰ ਪਹਿਲੂ ਖਾਨ ਹਵਾਲੇ ਕਰ ਦਿੱਤਾ। ਇੱਕ ਮਾਹੌਲ ਬਣਿਆ ਜਿਹਦੇ ਵਿੱਚ ਜੁਨੈਦ ਮਾਰਿਆ ਜਾਂਦਾ, ਇੱਕ ਮਾਹੌਲ ਬਣਦਾ ਜਿਹਦੇ ਵਿੱਚ ਨਜੀਬ ਗਵਾਚ ਜਾਵੇ ਤਾਂ ਕੋਈ ਪੁੱਛਦਾ ਨਹੀਂ ਕਿ ਨਜੀਬ ਘਰ ਆਇਆ ਜਾਂ ਨਹੀਂ ਆਇਆ। ਇਹ ਜਿਨ੍ਹਾਂ ਲੋਕਾਂ ਨੇ ਮਾਹੌਲ ਬਣਾਇਆ ਉਹਨਾਂ ਨੇ ਹਿੰਦੂ ਮੁਸਲਿਮ ਦਾ ਤਰਾਨਾ ਹੀ ਵਜਾਇਆ ਤੇ ਉਹ ਪੈਨ ਇੰਡੀਆ ਤਰਾਨਾ। ਤੁਹਾਨੂੰ ਕਿਉਂ ਜਾਪਦਾ ਕਿ ਇਹ ਦੇਸ਼ ਦੇ ਕੁਝ ਹਿੱਸੇ ਵਿੱਚ ਹੀ ਹੈ? ਮੈਨੂੰ ਲੱਗਦਾ ਕਿ ਜਿਹੜੇ ਤੁਸੀਂ ਸਾਰੇ
ਐਪੀਸੋਡਸ ਦੱਸੇ ਹੈ ਜੀ, ਉਹਨਾਂ ਨੂੰ ਜਿੰਨਾ ਜ਼ਿਆਦਾ ਐਪੀਸੋਡਸ ਨੇ, ਮੈਂ ਉਹਨਾਂ ਚ ਜਿੰਨਾ ਜ਼ਿਆਦਾ ਕੰਡੈਮ ਕੀਤਾ ਜਾਏ ਉਹ ਘੱਟ ਹੈ। ਦੈਟ ਇਜ਼ ਵੀ ਆਲ ਐਗਰੀ ਔਨ ਦੈਟ। ਬਟ ਮੈਂ ਇਹ ਵੀ ਸਮਝਦਾ ਕਿ ਇਹ ਫ੍ਰਿੰਜ ਐਲੀਮੈਂਟਸ ਹੈਗੇ, ਇਹ ਦੁਨੀਆ ਦੇ ਹਰ ਕੋਨੇ ਵਿੱਚ ਹੈਗੇ। ਤੁਸੀਂ ਅਮਰੀਕਾ ਜਾਓ, ਯੂ ਵਿਲ ਫਾਈਂਡ ਅ ਲੋਨ ਵੁਲਫ ਸ਼ੂਟਿੰਗ ਪੀਪਲ। ਤੁਸੀਂ ਫਰਾਂਸ ਵਿੱਚ ਜਾਓ, ਯੂ ਵਿਲ ਫਾਈਂਡ ਅ ਲੋਨ ਪਰਸਨ। ਸਰ ਕੁਐਸਚਨ ਹੈ ਕੀ ਫ੍ਰਿੰਜ ਸੈਂਟਰ ਵਿੱਚ ਮੂਵ ਕਰ ਚੁੱਕੀ ਹੈ? ਨਹੀਂ, ਦੈਟ ਇਜ਼ ਦ ਪੁਆਇੰਟ ਆਮ ਟ੍ਰਾਈਂਗ ਟੂ ਸੇ। ਸ਼ੋਰ ਕਿ ਜਿਹੜੇ ਫ੍ਰਿੰਜ ਐਲੀਮੈਂਟਸ ਹਨ ਉਹਨਾਂ ਨੂੰ ਸਾਨੂੰ ਆਈਸੋਲੇਟ ਕਰਨਾ ਪਏਗਾ, ਉਹਨਾਂ ਨੂੰ ਐਕਸਪੋਜ਼ ਕਰਨਾ ਪਏਗਾ ਤੇ ਉਹਨਾਂ ਨੂੰ ਕੰਡੈਮ ਕਰਨਾ ਪਏਗਾ। ਜੇ ਪ੍ਰਧਾਨ ਮੰਤਰੀ ਉਹਨਾਂ ਨੂੰ ਫੋਲੋ ਕਰ ਰਹੇ ਹੋਣ ਤੇ ਮੈਂ ਆਈਸੋਲੇਟ ਕਿਵੇਂ ਕਰਾਂਗਾ? ਜੇ ਪ੍ਰਧਾਨ ਮੰਤਰੀ ਇਹ ਕਹਿਣ ਕਿ ਜਿਹੜਾ ਵਿਅਕਤੀ ਗੌਰੀ ਲੰਕੇਸ਼ ਦੀ ਹੱਤਿਆ ਨੂੰ, ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਤੇ ਵਾਅਵਾ ਕਰਦਾ ਹੈ, ਉਹਨੂੰ ਇਹੋ ਜਿਹੇ ਸ਼ਬਦ ਬੋਲਦਾ ਜਿਹੜੇ ਦਲੀਲ ਪ੍ਰੋਗਰਾਮ ਵਿੱਚ ਬੋਲਣ ਤੇ ਚੈਨਲ ਨੂੰ ਮੇਰੇ ਖਿਲਾਫ ਐਕਸ਼ਨ ਲੈਣਾ ਪੈ ਜਾਵੇ, ਤੇ ਪ੍ਰਧਾਨ ਮੰਤਰੀ ਉਸ ਵਿਅਕਤੀ ਨੂੰ ਫੋਲੋ ਕਰਦਾ ਹੈ ਤੇ ਦੇਸ਼ ਭਰ ਤੋਂ ਆਵਾਜ਼ਾਂ ਉੱਠਦੀਆਂ ਨੇ ਕਿ ਪ੍ਰਾਈਮ ਮਿਨਿਸਟਰ ਸੈਂਡ ਅ ਮੈਸੇਜ, ਉਸ ਵਿਅਕਤੀ ਨੂੰ ਅਨਫੋਲੋ ਕਰ ਦਿਓ, ਤੁਸੀਂ ਇੱਕ ਬਟਨ ਹੀ ਤਾਂ ਦਬਾਣਾ ਤਾਂ ਕਿ ਦੇਸ਼ ਭਰ ਨੂੰ ਮੈਸੇਜ ਜਾਵੇ, ਤੇ ਪ੍ਰਧਾਨ ਮੰਤਰੀ ਅਜਿਹਾ ਨਹੀਂ ਕਰਦੇ। ਜੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਦੀ ਤੁਲਨਾ ਜਹਾਂਗੀਰ ਤੇ ਔਰੰਗਜ਼ੇਬ ਨਾਲ ਕਰਦੇ ਆ ਤੇ ਅੱਜ ਪਤਾ ਨਹੀਂ ਕਾਹਦੇ ਨਾਲ ਕਰਨਗੇ, ਅਜੇ ਤੇ ਆਪਾਂ ਸਵੇਰੇ ਡਿਬੇਟ ਰਿਕਾਰਡ ਕਰ ਰਹੇ ਹਾਂ, ਸ਼ਾਮ ਨੂੰ ਪਤਾ ਨਹੀਂ ਕੀ ਹੋਣਾ। ਮੈਂ ਉਮੀਦ ਕਰਦਾ ਕਿ ਐਸੀ ਚੀਜ਼ਾਂ ਘੱਟ ਹੋਣ ਹਿੰਦੁਸਤਾਨ 'ਚ, ਸਾਡੀ ਟੋਲਰੈਂਸ ਵਧੇ ਜੀ, ਤੇ ਸਾਡੇ ਜਿਹੜੇ ਤੇ ਸ਼ਮਸ਼ਾਨ ਘਾਟ ਤੇ ਕਬਰਿਸਤਾਨ ਵਾਲਾ ਜਿਹੜਾ ਡਿਬੇਟ ਆ ਉਹ ਪ੍ਰਧਾਨ ਮੰਤਰੀ ਲੀਡ ਕਰਦੇ ਨੇ। ਪੋਲੀਟੀਸ਼ੀਅਨਸ ਆਫ ਆਲ ਪਾਰਟੀਜ਼ वो इस चीज नु सर, I'm talking about the प्राइम मिनिस्टर, ਤੁਸੀਂ सीनियर पॉलिटिशियन मैं सभी नु इंक्लूड कर, पर वो तो आपको प्राइम मिनिस्टर से पूछना पड़ेगा ना कि वो क्यों कर रहे हैं, नहीं उनका जवाब यहां मैं तो पॉलिटिकल साइंटिस्ट तो पूछांगा ते हिस्टोरियन तो पूछांगा मोहम्मद खालिद जी कि प्रधानमंत्री अपने नैरेटिव नु इस गल ते क्यों ले आउंदा है कि जे देश दे विच शमशान घाट बनन जे कब्रिस्तान बनन तां फिर शमशान घाट भी बनने चाहिए ने, जे रमजान ते बिजली मिलदी है ते दिवाली ते भी बिना किसी रुकावट तो बिजली मिलनी चाहिए है। जे प्रधानमंत्री ये डिबेट नूं करन ते फिर बाली साहब दी इच्छा किवें पूरी होवे कि ये फ्रिंज एलीमेंट ने इन्हां नूं पासे करना चाहिए? देखो मैं तुहानूं दसदा पहली चीज़ तो हैगी है जी, मेजोरिटी दे विचों जिहड़ी मेजोरिटी है वो मेजोरिटेरियन नहीं है। ओ वाह, say it again। पहली चीज बहु गिनती दे विचों ਜਿਹੜੀ ਬਹੁ ਗਿਣਤੀ ਹੈ ਉਹ ਮੈਜੋਰਿਟੇਰੀਅਨ ਨਹੀਂ ਹੈ, ਇਹ ਚੀਜ਼ਾਂ 'ਚ ਵਿਸ਼ਵਾਸ ਨਹੀਂ ਰੱਖਦੀ, ਉਸ ਚੀਜ਼ 'ਚ ਵਿਸ਼ਵਾਸ ਨਹੀਂ ਕਰਦੀ, ਇਹ ਮੇਰਾ ਵਿਸ਼ਵਾਸ ਹੈ। ਨੰਬਰ 1 ਫਿਰ ਤਾਂ ਤੁਸੀਂ ਮੰਨ ਰਹੇ ਹੋ ਫ੍ਰਿੰਜ ਐਲੀਮੈਂਟ ਨੇ ਸਿਰਫ। ਨੰਬਰ 2 ਜਿਹੜਾ ਫ੍ਰਿੰਜ ਐਲੀਮੈਂਟ ਹੈ ਇਸ ਵੇਲੇ ਜਿਹੜੀ ਡਿਸਪੈਂਸੇਸ਼ਨ ਪਾਵਰ ਦੇ ਵਿੱਚ ਹੈ ਉਹ ਫ੍ਰਿੰਜ ਐਲੀਮੈਂਟ ਨੂੰ ਐਨਕਰੇਜ ਕਰਦੀ ਹੈ ਜਾਂ ਉਹਨਾਂ ਦੀਆਂ ਐਕਟੀਵਿਟੀਜ਼ ਤੇ ਚੁੱਪ ਰਹਿਣਾ ਪਸੰਦ ਕਰਦੀ ਹੈ ਕਿਉਂਕਿ ਉਹ ਵੋਟ ਲੈ ਕੇ ਆਉਂਦਾ ਹੈ। ਕਿਉਂਕਿ ਜਿਸ ਵੇਲੇ ਤੁਸੀਂ 30% ਵੋਟਾਂ ਲੈ ਕੇ ਪਾਵਰ ਦੇ ਵਿੱਚ ਆ ਜੰਨੇ ਹੋ ਔਰ ਉਸ ਤੋਂ ਬਾਅਦ ਇਹ ਕਹਿੰਦੇ ਹੋ ਵੀ ਸਾਰਾ ਦੇਸ਼ 125 ਕਰੋੜ ਸਾਡੇ ਨਾਲ ਹੈ ਔਰ ਉਹਦੇ ਵਿੱਚ ਇੱਕ ਮੈਜੋਰਿਟੇਰੀਅਨ ਡਿਸਕੋਰਸ ਬਿਲਡ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹ ਚ ਫ੍ਰਿੰਜ ਐਲੀਮੈਂਟ ਜਿਹੜਾ ਹੈਗਾ ਜੋ ਮਰਜ਼ੀ ਕਰ ਰਿਹਾ, ਜੋ ਤੁਸੀਂ ਘਟਨਾਵਾਂ ਦੱਸੀਆਂ ਉਹ ਕਹਿੰਦੇ ਠੀਕ ਹੈ ਜੀ, ਕੋਈ ਅਪੋਜ਼ ਕੌਣ ਕਰੇਗਾ ਜੀ? ਜੇ ਰਾਹੁਲ ਗਾਂਧੀ ਵੋਟਾਂ ਲੈਣ ਮੰਦਰਾਂ ਦੇ ਵਿੱਚ ਜਾਏਗਾ ਤਾਂ ਫਿਰ ਅਪੋਜ਼ ਕੌਣ ਕਰੇਗਾ? ਮੈਂ ਦੱਸਦਾ ਹਾਂ ਅਪੋਜ਼ ਕੌਣ ਕਰੂਗਾ ਜੀ। ਨੰਬਰ 1, ਇੱਕ ਮੈਜੋਰਿਟੀ ਦੇ ਉੱਪਰ ਅਗਰ ਅਟੈਕ ਹੁੰਦਾ ਹੈ देयर मस्ट बी ए कलेक्टिव सिक्योरिटी ऑफ द माइनॉरिटी कम्युनिटीज, कलेक्टिव सिक्योरिटी ऑफ माइनॉरिटी कम्युनिटीज। ਇਹ ਕਿਵੇਂ ਇੰਸ਼ੋਰ ਕੀਤੀ ਹੈ ਮੈਨੂੰ ਸਮਝਾਓ। ਨੰਬਰ 2, ਅੱਜ ਮੇਰੇ ਤੇ ਅਟੈਕ ਹੋ ਰਿਹਾ ਹੈ ਤੇ ਇੱਕ ਮਾਈਨॉरिटी ਚੁੱਪ ਬੈਠੀ ਹੈ, ਕੱਲ ਨੂੰ ਉਹਦੇ ਤੇ ਅਟੈਕ ਹੋਏਗਾ, ਦੂਸਰੀਆਂ ਚੁੱਪ ਰਹਿਣਗੀਆਂ, ਵਾਈ ਡੋਂਟ ਆਲ ਆਫ them come together? ਇਕੱਠੇ ਕਿਉਂ ਨਹੀਂ ਆਉਂਦੇ? ਤੁਹਾਡੀ ਅਪੀਲ ਸਿਰਫ ਮਾਈਨॉरिटीज ਨੂੰ ਕਿਉਂ ਹੈ? ਮੈਨੂੰ ਪਹਿਲੀ ਅਪੀਲ ਸਿਰਫ ਮਾਈਨॉरिटीज ਨੂੰ ਪਹਿਲੀ ਚੀਜ਼ ਮੈਨੇ ਕੀ ਕਹੀ, ਮੈਂ ਕੰਮ ਕਰਨਾ ਸਾਰਾ ਦੇਸ਼ ਕਿਉਂ ਨਹੀਂ ਬੋਲਦਾ? ਪਹਿਲੀ ਚੀਜ਼ ਮੈਨੇ ਕੀ ਕਹੀ ਹੈ, ਮੈਜੋਰਿਟੀ ਦੇ ਵਿੱਚੋਂ ਮੈਜੋਰਿਟੇਰੀਅਨ ਨਹੀਂ ਹੈ, ਮੈਂ ਪਹਿਲੀ ਚੀਜ਼ ਇਹ ਕਹੀ, ਮੈਂ ਮੰਨਦਾ। ਦੂਸਰੀ ਚੀਜ਼ ਮੈਨੇ ਇਹ ਕਹੀ ਹੈ। ਤੀਸਰੀ ਚੀਜ਼ ਜਿਹੜੀ ਹੈਗੀ ਹੈ ਕਿ ਜਿਹੜਾ ਇਸ ਵੇਲੇ ਪਾਵਰ ਸਟਰਕਚਰ ਹੈ ਉਹਦੇ ਵਿੱਚ ਹੈਗਾ ਵੀ ਤੁਸੀਂ ਫਸਾਡ ਖੜਾ ਕਰੋ ਡਿਵੈਲਪਮੈਂਟ ਦਾ, ਵਿਕਾਸ ਦਾ, ਲੇਕਿਨ ਉਹਦੇ ਪਿੱਛੇ ਜਿਹੜਾ ਹਿਜਨ ਏਜੰਡਾ ਜਿਹੜਾ ਹੈ 1950 ਤੋਂ 52 ਤੋਂ ਅਸੀਂ ਚਲਾ ਰਹੇ ਹਾਂ ਜਿਹੜਾ ਕਿ ਲਾਗੂ ਨਹੀਂ ਹੋ ਰਿਹਾ ਸੀਗਾ, ਉਹ ਲਾਗੂ ਕਰਦੇ ਚਲੇ ਜਾਓ। ਅੱਜ ਛੋਟੀ ਜੀ ਗੱਲ ਹੋ ਗਈ, ਨਹੀਂ ਜੀ ਨਹੀਂ ਤਾਂ ਫ੍ਰਿੰਜ ਐਲੀਮੈਂਟ ਹੈ, ਨਹੀਂ ਐਕਚੁਅਲੀ ਨਹੀਂ ਹੈ। ਫ੍ਰਿੰਜ ਐਲੀਮੈਂਟ ਜਿਹੜਾ ਹੈਗਾ ਉਹਦੇ ਵਿੱਚੋਂ ਹੀ ਰੈਗੂਲਰ ਪੋਲਿਟਿਕਸ ਦੇ ਵਿੱਚ ਲੋਕ ਜਾ ਰਹੇ ਹਨ, ਇਸ ਕਰਕੇ ਉਹਦੀ ਇੱਕ ਲਿੰਕੇਜ ਹੈ। ਉਹ ਜਿਹੜੀ ਲਿੰਕੇਜ ਹੈ ਫ੍ਰਿੰਜ ਐਲੀਮੈਂਟ ਦਾ ਸਾਡੀ ਸੋਸਾਇਟੀ ਵਿੱਚ ਕੋਈ ਰੋਲ ਨਹੀਂ ਹੈ ਜਿਹੜਾ ਬਾਰ-ਬਾਰ ਇਲੈਕਸ਼ਨ ਵਿੱਚ ਵੀ ਦੱਸਿਆ ਗਿਆ। ਮੈਂ ਇਸ ਗੱਲ ਤੋਂ ਨਹੀਂ ਮੰਨਦਾ ਕਿ ਫ੍ਰਿੰਜ ਐਲੀਮੈਂਟਸ ਵੋਟ ਲਿਆਂਦੇ। ਅਗਰ ਫ੍ਰਿੰਜ ਐਲੀਮੈਂਟਸ ਵੋਟ ਲਿਆਂਦੇ ਹੁੰਦੇ ਜਾਂ ਐਕਸਟ੍ਰੀਮਿਸਟ ਵੋਟ ਲਿਆਂਦੇ ਹੁੰਦੇ ਤੇ ਪੰਜਾਬ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਕਾਫੀ ਜ਼ਿਆਦਾ ਵੋਟ ਮਿਲੇ ਹੁੰਦੇ। ਇਹ ਸਾਰੇ ਫ੍ਰਿੰਜ ਐਲੀਮੈਂਟ ਇੱਕ ਵਾਰ ਮਿਲੇ ਹੋਣ। ਸਰ ਉਹ ਸ਼ਮਸ਼ਾਨ ਘਾਟ ਤੇ ਕਬਰਿਸਤਾਨ ਦੀ ਕੈਲਕੂਲੇਸ਼ਨ ਕਿਸ ਬੇਸਿਸ ਤੇ ਕਰਦੇ ਨੇ? ਉਹ ਰਾਹੁਲ ਗਾਂਧੀ ਦਾ ਮੁਕਾਬਲਾ ਔਰੰਗਜ਼ੇਬ ਜਾਂ ਜਹਾਂਗੀਰ ਨਾਲ ਕਿਸ ਬੇਸਿਸ ਦੇ ਉੱਤੇ ਕਰਦੇ ਨੇ? क्योंकि वोटा लेके वो तो उन्होंने खुद ही कहा था कि ये दो अलग अलग चीज़ें ले रहे हो। उन्होंने जिसले ये किया कि औरंगजेब जहांगीर के बाद जी शाहजहां बनेगा या औरंगजेब बनेगा जी, ਉਹ ਇੱਕ ਕਾਮਨ ਆਦਮੀ ਨੂੰ ਇਹ ਉਹਨਾਂ ਦੀ ਸ਼ਾਇਦ ਸੋਚ ਹੈ। ਕਾਮਨ ਆਦਮੀ ਨੂੰ ਪ੍ਰਧਾਨ ਮੰਤਰੀ ਇਸ ਪਾਸੇ ਸੇ ਸਰ ਸ਼ਾਇਦ ਮੈਂ ਕਹਿ ਰਿਹਾ ਕਿ ਸ਼ਾਇਦ ਉਹਨਾਂ ਨੇ ਕਿਹਾ ਹਿਸਟੋਰੀਕਲ ਫੈਕਟ ਵੀ ਗਲਤ ਹੈ। ਅੱਜ ਕੇਸੀ ਸਿੰਘ ਨੇ ਇੱਕ ਆਰਟੀਕਲ ਲਿਖਿਆ ਤੇ ਉਹਦੇ ਚ ਜੇ ਤੁਸੀਂ ਦੇਖਿਆ ਹੋਏ ਉਹ ਕਹਿੰਦਾ ਹਿਸਟੋਰੀਕਲ ਫੈਕਟ ਵੀ ਗਲਤ ਹੈ, ਪ੍ਰਾਈਮ ਮਿਨਿਸਟਰ ਨੂੰ ਗਲਤ ਦੱਸਿਆ ਕਿਸੇ ਨੇ। ਨਹੀਂ ਉਹ ਸਾਰਾ ਹਿਸਟੋਰੀਅਨ ਨਹੀਂ, ਬਟ ਇਹ ਗੱਲ ਤੁਸੀਂ ਦੱਸੋ ਕਿ ਕਿਆ ਇਹ ਚੀਜ਼ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਡੈਮ ਨਹੀਂ ਕਰਨੀ ਚਾਹੀਦੀ? ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ
ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਦੀ ਗੱਲ ਚੱਲਦੀ ਹੈ, ਬੀਜੇਪੀ ਚ ਮੋਦੀ ਜੀ ਦੀ ਗੱਲ ਬਣਦੀ ਹੈ, ਜਾਂ ਰਾਹੁਲ ਜੀ ਦੀ ਇੰਟਰਨਲ ਪਾਰਟੀ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ। ਇਨਰ ਪਾਰਟੀ ਅਗਰ ਰਾਹੁਲ ਜੀ ਨੂੰ ਤੁਸੀਂ ਬਣਾਇਆ ਚੀਫ ਆਫ ਸਰ, ਆਪਾਂ ਕਾਲਮ ਸਾਰੇ ਕਾਲਮ ਠੀਕ ਟੇਕ ਕਰਾਂਗੇ ਤੇ ਜਿੱਥੇ ਕਿਸੇ ਨੇ ਗਲਤ ਗੱਲ ਕੀਤੀ ਹੈ ਉਸ ਨੂੰ ਅਸੀਂ ਗਲਤ ਕਵਾਂਗੇ। ਪ੍ਰੋਬਲਮ ਇਹ ਹੈ ਕਿ ਉਸ ਤੋਂ ਬਾਅਦ ਇਹ ਸਭ ਹੋ ਰਿਹਾ ਹੈ। ਰਾਜੀਵ ਲੋਚਨ ਜੀ, ਦਿਸ ਇਜ਼ ਵਾਟ ਹਰਸ਼ਮੰਦਰ ਇਜ਼ ਰਾਈਟਿੰਗ, ਜਿਹੜੇ ਬੜੇ ਰਿਸਪੈਕਟਡ ਬਿਊਰੋਕਰੈਟ ਟਰਨਡ ਹਿਊਮਨ ਰਾਈਟਸ ਐਕਟਿਵਿਸਟ ਨੇ, ਉਹਨਾਂ ਦਾ ਕਹਿਣਾ ਹੈ ਰਾਮ ਟੈਂਪਲ ਅਯੁੱਧਿਆ ਦੀ ਜਿਹੜੀ ਡਿਮਾਂਡ ਹੈ ਬੇਸਿਕਲੀ ਉਹਦੇ ਪਿੱਛੇ ਜਿਹੜਾ ਸਟਰਕਚਰਲ ਰੀਜ਼ਨ ਇਹ ਹੈ ਕਿ ਲਗਾਤਾਰ ਇਹ ਮੈਸੇਜ ਭੇਜਿਆ ਜਾਵੇ ਕਿ ਦੇਸ਼ ਦੇ ਵਿੱਚ ਇੱਕ ਮਾਈਨੋਰਿਟੀ ਦੀ ਜਗ੍ਹਾ ਸੈਕੰਡ ਕਲਾਸ ਸਿਟੀਜ਼ਨ ਦੀ ਹੈ ਤੇ ਇਹ ਨੈਰੇਟਿਵ ਵੋਟਾਂ ਲੈ ਕੇ ਆਂਦਾ ਹੈ। डू यू एग्री? हर्ष मंदिर साहब को तो पता नहीं वो क्या बोल रहे हैं। अच्छा जी, वो हो सकता है पॉलिटिक्स ज्यादा कर रहे हो, ज्ञान की बातें कम कर रहे पॉलिटिक्स करना कोई माड़ी गल नहीं, क्योंकि वो जो राम मंदिर है वो बनना है या नहीं बनना, वो चूंकि मामला कोर्ट में चला गया है। उस सब कॉन्टिनेंट दे विच जिथे 10 लाख लोग हिंदू मुस्लिम दे मुद्दे ते पहला कतल कीते जा चुके होना, ਅਸੀਂ ਹੀ ਕੀਤੇ ਨੇ ਕਤਲ। पंजाबियों ने तो बहुत रोल निभाया 1947 ਦੇ ਵਿੱਚ। हिंदू मुस्लिम से ज्यादा सिख मारे गए थे, है ना? तो जो सवाल था हिंदू मुस्लिम का, एक चीज पक्की है, इस देश में आपने देखो पहले भी आपने कहा था कि जो ट्विटर है, सोशल मीडिया है, इसमें हिंदू भी बड़ी गलत बातें कहते हैं, मुस्लिम भी बड़ी गलत बातें कहते हैं, सिख भी बड़ी गलत बातें कहते हैं। आपने ये नोटिस किया पारसी लोग गलत बातें नहीं कहते? ये नोटिस किया कि क्रिश्चियन लोग गलत बातें नहीं कहते? तो यदि हम चाहते हैं कि देयर शुड बी अ वे आउट, कि कोई रास्ता निकल के आए, आगे बढ़ना कैसे चाहिए, तो हमें ये देखना पड़ेगा कि ये जो पारसी और क्रिश्चियन है ये क्यों नहीं वो गलत बातें कहते हैं, जो कि हिंदू मुस्लिम और सिख तीनों दिल खोल के कर रहे हैं। प्रॉब्लम है कि डोमिनेंट जेड़ा नैरेटिव है वो तो सारा नहीं, इसमें डोमिनेंट नैरेटिव वगैरह का सवाल ही नहीं उठता। डोमिनेंट नैरेटिव हिंदू मुस्लिम ही है, सिख भी नहीं है ਉਹਦੇ ਡੋਮੀਨੈਂਟ ਬਿਲਕੁਲ ਉਹਦੇ ਵਿੱਚ, ਕਿਉਂਕਿ ਅਗਰ ਤੁਸੀਂ ਮੈਜੋਰਿਟੀ ਨੂੰ ਇਕੱਠਾ ਕਰ ਸਕਦੇ ਹੋ ਉਹ ਤਾਂ ਹੀ ਕਰ ਸਕਦੇ ਹੋ ਜੇ ਮੁਸਲਿਮ ਬੈਸ਼ਿੰਗ ਰੱਜ ਕੇ ਕੀਤੀ ਜਾਵੇ। ਨਹੀਂ ਬਾਤ ਤੁਸੀਂ ਇਹ ਦੋਨੋਂ ਟਾਈਪ ਦਾ ਕੰਮ ਹੈ। ਇਦੋਂ ਪਹਿਲਾਂ ਸਿੱਖ ਤੇ ਹਿੰਦੂ ਚ ਵੀ ਮੈਜੋਰਿਟਿਜ਼ਮ ਦੀ ਗੱਲ ਇਸ ਤੋਂ ਪਹਿਲਾਂ ਕਾਂਗਰਸ ਨੇ ਸੌਫਟ ਹਿੰਦੂਇਜ਼ਮ ਦੀ ਪਾਲਿਸੀ ਨੂੰ ਟੋਕ ਕੀਤਾ ਹੈ ਹਮੇਸ਼ਾ ਹੀ, ਚਾਹੇ ਬਾਬਰੀ ਮਸਜਿਦ ਹੋਇਆ ਚਾਹੇ ਦਿਲ ਖੋਲ ਕੇ ਕਮਿਊਨਲ ਪੋਲਿਟਿਕਸ ਜਿਹੜੀ ਵੀ ਕਾਂਗਰਸ ਨੇ ਵੀ। ਤੁਸੀਂ ਦਰਬਾਰ ਸਾਹਿਬ ਦੇ ਹਮਲੇ ਤੋਂ ਲੈ ਕੇ ਦਿੱਲੀ ਦੇ ਵਿੱਚ ਜਿਹੜਾ ਸਿੱਖ ਕਤਲੇਆਮ ਦਾ ਕੁਐਸਚਨ ਹੈ ਜੀ ਤੇ ਉਦੋਂ ਵੀ ਸਾਰਾ ਕੰਟਰੀ ਵੋਟ ਲੈ ਗਏ, ਉਦੋਂ ਵੀ ਰਾਜੀਵ ਗਾਂਧੀ ਨੇ ਨੂੰ ਜੇ ਇੰਨੀਆਂ ਵੋਟਾਂ ਆਈਆਂ ਜਿਹੜੀਆਂ ਕਦੇ ਉਹਦੇ ਦਾਦੇ ਨਾਨੇ ਨੂੰ ਨਹੀਂ ਆਈਆਂ, ਕਦੇ ਉਹਦੀ ਮਾਂ ਨੂੰ ਨਹੀਂ ਆਈਆਂ। ਇਟ ਮੀਨਜ਼ ਕਮਿਊਨਲ ਆਧਾਰ ਦੇ ਉੱਤੇ ਮੈਜੋਰਿਟੀ ਨੂੰ ਲਾਮਬੰਦ ਕਰਕੇ ਵੋਟ ਮਿਲਦੀ ਹੈ, ਦਿਖਾਈ ਦੇ ਰਹੀ ਹੈ। ਸਾਡਾ ਵੋਟ ਪੋਲਿਟਿਕਸ ਇਹ ਦੱਸਦੀ ਹੈ। ਔਰ ਇਸੇ ਤਰ੍ਹਾਂ ਹੁਣ ਕਿਉਂਕਿ ਉਹਦੀ ਸੌਫਟ ਹਿੰਦੂਇਜ਼ਮ ਨੂੰ ਜਦੋਂ ਬਲੰਟ ਤਰੀਕੇ ਨਾਲ ਦੂਜੀ ਧਿਰ ਕੋਈ ਸਾਹਮਣੇ ਆ ਗਈ ਤਾਂ ਉਹ ਖਿੰਡ ਗਿਆ। ਮੈਂ ਸੌਫਟ ਜਿਹੜਾ ਸਾਡੇ ਸਾਹਮਣੇ ਪੁੱਛਾਂਗਾ ਕਿ ਜਿਹੜੇ ਮੈਜੋਰਿਟਿਜ਼ਮ ਦੀ ਗੱਲ ਕਰਦੇ ਆ ਵੈਲਕਮ ਟੂ ਦੈਟ ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ। ਔਰ ਮੈਂ ਸਵਾਲ ਇਹ ਪੁੱਛਣਾ ਚਾਹ ਰਿਹਾ ਕਿ ਪੋਲੀਟੀਸ਼ੀਅਨ ਕੋਲ ਤਾਂ ਬਾਰ-ਬਾਰ ਇਹ ਟੈਂਪਟੇਸ਼ਨ ਹੋਵੇਗੀ ਕਿ ਤੁਸੀਂ ਪੋਲਿਟਿਕਸ ਨੂੰ ਕਮਿਊਨਲਾਈਜ਼ ਕਰਕੇ ਹਿੰਦੂ ਮੁਸਲਿਮ ਵਾਲਾ ਇੱਕ ਐਰੀਨਾ ਖੜਾ ਕਰਕੇ ਉਹਦੇ ਵਿੱਚੋਂ ਵੋਟਾਂ ਲੈਣ ਦੀ ਕੋਸ਼ਿਸ਼ ਕਰੋ। ਜਿਹੜਾ ਮੇਰਾ ਡੈਮੋਕ੍ਰੈਟਿਕ ਮਾਡਲ ਹੈ, ਜਿਹੜਾ ਮੇਰਾ ਕਨਸਟੀਟਿਊਸ਼ਨਲ ਵੈਲਿਊ ਸਿਸਟਮ ਅਸੀਂ ਖੜਾ ਕੀਤਾ ਹੈ, ਉਹਦੇ ਵਿੱਚ ਅਜਿਹਾ ਕੀ ਕੀਤਾ ਜਾ ਸਕਦਾ ਹੈ ਕਿ ਅਸੀਂ ਉਸ ਮਾਡਲ ਨੂੰ ਪੋਲੀਟੀਸ਼ੀਅਨ ਦੀ ਚਾਲ ਨੂੰ ਥਵਾਟ ਕਰੀਏ ਤੇ ਜਿਹੜਾ ਦੇਸ਼ ਹੈ ਉਹ ਕਨਸਟੀਟਿਊਸ਼ਨਲ ਵੈਲਿਊ ਸਿਸਟਮ ਦੇ ਅਨੁਸਾਰ ਅੱਗੇ ਚੱਲ ਸਕੇ। ਅਜਿਹਾ ਕਿਵੇਂ ਕੀਤਾ ਜਾ ਸਕਦਾ ਹੈ ਜਾਂ ਕੀ ਡੈਮੋਕ੍ਰੈਟਿਕ ਮਾਡਲ ਦੇ ਵਿੱਚ ਕੋਈ ਦਰੁਸਤੀ ਕਰਨ ਦੀ ਜ਼ਰੂਰਤ ਹੈ? ਇਹ ਤੇ ਚਰਚਾ ਜਾਰੀ ਰੱਖਾਂਗੇ ਇਸ ਬ੍ਰੇਕ ਤੋਂ ਬਾਅਦ। ब्रेक तो बाद फिर स्वागत है। चर्चा कर रहे हैं देश की राजनीति दे विच क्यों बार बार गल विकास तो हट के हिंदू मुस्लिम विवादों के उत्ते चली जाती है। साडे नाल चर्चा में शामिल ने डॉक्टर एच के बाली जी, प्रोफैसर मोहम्मद खालिद जी, प्रोफैसर राजीव लोचन जी और हमीर सिंह जी। प्रोफैसर राजीव लोचन, एक खबर है, ये हिंदुस्तान टाइम्स है फ्राइडे दी, ये कह रहा है कि अंबाला दे विच एक टीनेज बच्चे ने 5 साल की कुड़ी की हत्या कर दी ते फिर उहदे लई फिरौती मंगण लई कॉल भी की। अजिहा क्राइम हुंदा रहिंदा। मैं सिर्फ इस खबर को ध्यान नाल पढ़ के खुश हो जाना कि आह बचाए। सोच के देखो जे वो टीनेज बच्चा जिन्हें क्राइम किया मुस्लिम हुंदा ते किधरे लड़की हिंदू हुंदी तां अज अंबाले विच शायद कर्फ्यू लग्या हो सकता सी, शायद शाम नूं मेरा दिल्ली जाण दा जिहड़ा प्रोग्राम है वो बदल जांदा, शायद किधरे दंगा फसाद ना हो जावे, ये डर फैल जांदा। एक ये मैं किसी भी चीज़ बारे किसी भी खबर बारे अजिहा कह सकदा ਤੇ ਜਿਸ ਵੇਲੇ ਇਹ ਖਬਰਾਂ ਛਪਦੀਆਂ ਨੇ ਕਿ ਕਿਸੇ ਔਰਤ ਨੂੰ ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲਿਆਂ ਨੇ ਕੁੱਟਿਆ, ਮਾਰਿਆ ਤੇ ਉਸ ਨੂੰ ਨਿਰਵਸਤਰ ਕਰਕੇ ਪਰੇਡ ਕੀਤਾ, ਤਾਂ ਇਹਦੇ ਤੇ ਕੋਈ ਫਸਾਦ ਹੋਣ ਦਾ ਖਤਰਾ ਨਹੀਂ ਹੈ
ਕਿਸੇ ਔਰਤ ਨੂੰ ਪਰੇਡ ਕੀਤਾ ਗਿਆ ਨਿਰਵਸਤਰ ਕਰਕੇ, ਇਹਦੇ ਤੇ ਫਸਾਦ ਨਹੀਂ ਹੋ ਸਕਦਾ। ਹਾਂ, ਜੇ ਵਿੱਚ ਕਿਧਰੇ ਦੋ ਵੱਖ-ਵੱਖ ਕਮਿਊਨਿਟੀਜ਼ ਦੇ ਬੰਦੇ ਸ਼ਾਮਿਲ ਹੋ ਜਾਂਦੇ ਜਿਹੜੇ ਕਿ ਦੋਵੇਂ ਹੀ ਕ੍ਰਿਮੀਨਲ ਹੋਣਗੇ ਜਾਂ ਕੋਈ ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲੇ ਹੋਣਗੇ ਤਾਂ ਇਹ ਫਸਾਦ ਹੋ ਸਕਦਾ ਸੀ। ਹੁਣ ਤਾਂ ਬਲਕਿ ਇਹ ਗੱਲ ਵੀ ਕਹੀ ਜਾ ਸਕਦੀ ਹੈ, DCP ਰੋਹਿਣੀ ਨੇ, ਕੀ ਸ਼ੁਭ ਨਾਮ ਹੈ ਇਹਨਾਂ ਦਾ, ਰਜਨੀਸ਼ ਗੁਪਤਾ, ਉਹਨਾਂ ਨੇ ਬਲਕਿ ਥੋੜੀ ਜਿਹੀ ਕਲੈਰੀਫਿਕੇਸ਼ਨ ਵੀ ਦਿੱਤੀ ਹੈ। ਉਹਨਾਂ ਨੇ ਕਿਹਾ ਨਹੀਂ, ਕੱਪੜੇ ਉਹਦੇ ਨਿਰਵਸਤਰ ਨਹੀਂ ਕੀਤਾ ਗਿਆ ਸੀ, ਥੋੜੇ ਬਹੁਤੇ ਕੱਪੜੇ फाड़े ही गए सी केवल। दैट इज द डिफेंस। सोच के देखो, जे एक मुस्लिम हुंदा अफसर, दाऊद इब्राहिम की जो बिजनेस है, मुस्लिम हुंदे अफसर हिंदू हुंदा ता की हुंदा। दाऊद इब्राहिम की जो बिजनेस है वो पूरी तरह से रिलीजन न्यूट्रल है, कास्ट न्यूट्रल है, उसमें हर रिलीजन और हर कास्ट के लोग बराबरी से शामिल होते हैं। उसी तरह से जैसे सारे क्राइम्स दे विच सारे कास्ट ते सारे रिलीजन लोग, उसी तरह से जैसे कि मुंबई फिल्म इंडस्ट्री कास्ट न्यूट्रल है, रिलीजन न्यूट्रल है, उसी तरह से जैसे भारत की क्रिकेट टीम कास्ट और रिलीजन न्यूट्रल है। हमें जो करने की जरूरत है ना वो ये है कि हम अपने समाज को किसी तरह से समझा सके कि ये जो आपने एपिसोड्स बताए, ये एपिसोड्स ऐसे नहीं है जिससे कि समाज की इज्जत के ऊपर चोट पहुंच रही है। वो जो पद्मावती को लेके लोग दहाड़े मार रहे हैं। सर देखो, एक खबर है, कहता आर्थिक तंगी कारण सब्जी विक्रेता ने दी जान। मैनू तो लगता भीड़ सड़कों ते आ जाएगी। एक आदमी सब्जी बेच रहा है, 10 नवां दी किरत कमा रहा है, इन्नी आर्थिक तंगी च उन्हें सुसाइड कर ली, भीड़ सड़कों ते क्यों नहीं आई? वो हिंदू ते मुस्लिम जेडे उस इलाके च रहंदे ने, वो सड़कों ते क्यों नहीं आ गए? इसीलिए जो तय करने वाली बात है वो ये कि क्यों ऐसा होता है कि लोग कुछ एपिसोड्स को केवल हिंदू या मुस्लिम की नजर से देखना शुरू करते हैं और बाकियों को नहीं। तो यदि वो केवल कुछ एपिसोड्स को इस नजर से देखते हैं तो इसका मतलब ये रहता है कि कहीं ना कहीं उनमें बड़ा सारा आत्मविश्वास की कमी हो गई है, कहीं ना कहीं उनमें किसी तरह का डर व्याप्त है। और इस डर और व्याप्त को और इस आत्मविश्वास की कमी को समझने के लिए हमें ये देखना पड़ेगा कि कैसे अजीब लोग हैं कि 5-10 हजार साल के इतिहास वाले लोग अभी भी सवाल पूछते हैं कि हम कौन हैं। सर डर, खालिद साहब, बाली साहब, डॉक्टर बाली, कि डरिया होया आदमी कहता कि यार इस तरह करो, जाओ इस बंबई फिल्म एक्ट्रेस का सिर वड़ के लियाओ तो मेरे तो 5 करोड़ रुपया ले जाओ, तो फिर तो मन च होर दया आंदी तो कहंदे नहीं 10 करोड़ रुपया कर देंगे, डबल कर। आजकल कितना रेट चल रहा है मैंने पता नहीं है। ਤੁਸੀਂ ਉਹ ਡਰ ਦੀ ਭਾਵਨਾ ਚ ਤਾਂ ਨਹੀਂ ਕਿਹਾ ਹੋਏਗਾ ਨਾ। ਤੁਸੀਂ ਗੱਲ ਕੀਤੀ, ਜਿਹੜਾ ਐਪੀਸੋਡ ਤੁਸੀਂ ਦੱਸਿਆ ਕਿ ਮੈਂ ਬੜਾ ਖੁਸ਼ ਹਾਂ ਕਿ ਹਿੰਦੂ ਜਾਂ ਮੁਸਲਮਾਨ ਨਹੀਂ ਸੀਗੇ ਜੀ, ਜਦੋਂ ਮਹਾਤਮਾ ਗਾਂਧੀ ਦਾ ਮਰਡਰ ਹੋਇਆ। ਮੈਂ ਤਾਂ ਸਿਰਫ ਉਦਾਸ ਹਾਂ ਕਿ ਜਿਹਨੇ ਆਰਥਿਕ ਤੰਗੀ ਕਾਰਨ ਵਿਕਰੇਤਾ ਨੇ ਜਾਨ ਦੇ ਦਿੱਤੀ, ਮਹਾਤਮਾ ਗਾਂਧੀ ਦਾ ਮਰਡਰ ਹੋਇਆ, ਕਿਸਾਨ ਆਤਮ ਹੱਤਿਆ ਕਰ ਰਹੇ ਨੇ, ਤਾਂ ਲੋਕ ਭੀੜ ਸੜਕਾਂ ਤੇ ਕਿਉਂ ਨਹੀਂ ਆ ਰਹੀ? ਜਦੋਂ ਮਹਾਤਮਾ ਗਾਂਧੀ ਜੀ ਦਾ ਅਸੈਸੀਨੇਸ਼ਨ ਹੋਇਆ ਜੀ, ਅਦੂ ਵੀ ਮਾਊਂਟਬੈਟਨ ਨੇ ਪਹਿਲੇ ਇਹੋ ਸਟੇਟਮੈਂਟ ਦਿੱਤਾ ਸੀਗਾ ਕਿ ਮੈਂ ਇਹ ਕਿਸੇ ਹਿੰਦੂ ਨੇ ਕੀਤਾ, ਕਿਉਂਕਿ ਉਸ ਵੇਲੇ ਵੀ ਡਰ ਸੀਗਾ, ਕਮਿਊਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਸੀ ਕਿ ਇਹ ਅਗਰ ਮੁਸਲਮਾਨ ਕਹਤਾ ਤਾਂ देयर विल बी कम्युनल राइट्स। तो ਇਹ ਬੜੀ ਪੁਰਾਣੀ ਪਰੰਪਰਾ ਜੀ ਜੀ। ਮੈਨੂੰ ਲੱਗਦਾ ਕਿ ਅਸੀਂ ਥੋੜਾ ਅੱਗੇ ਚੱਲੀਏ ਕਿ ਇਹਦਾ ਸੋਲੂਸ਼ਨ ਕੀ ਹੈ ਜੀ। ਸੋਲੂਸ਼ਨ ਮੈਨੂੰ ਲੱਗਦਾ ਕਿ ਦੋ ਚੀਜ਼ਾਂ ਆ ਗਈਆਂ। ਇੱਕ ਤੇ ਇਹ ਹੈ ਕਿ ਸਾਨੂੰ ਆਪਣੇ ਇਲੈਕਸ਼ਨ ਕਮਿਸ਼ਨ ਨੂੰ ਬੜੇ ਜ਼ਿਆਦਾ ਵੀਲ ਹੈਵ ਟੂ ਮੇਕ ਇਟ ਸਟ੍ਰਿੰਜੈਂਟ, ਗਿਵ ਇਟ ਪਾਵਰ, ਗਿਵ ਇਟ ਟੀਥ ਜੀ, ਜਿਸ ਕਰਕੇ ਕੋਈ ਵੀ ਇਨਸਾਨ ਜਿੰਨਾ ਮਰਜ਼ੀ ਵੱਡਾ ਹੋਵੇ, ਜਿੰਨਾ ਮਰਜ਼ੀ ਪ੍ਰਧਾਨ ਮੰਤਰੀ ਹੋਵੇ ਤਾਂ ਇਲੈਕਸ਼ਨ ਕਮਿਸ਼ਨ ਕੀ ਕਰੇ? ਉਹਨੂੰ ਗਦੀ ਔਲਾਦ ਪੇ नहीं, he can be barred from visiting Gujarat or he can be barred from visiting Kerala। और कि ਤੁਸੀਂ ਗੁਜਰਾਤ ਨਾ ਜਾਓ ਸਰ, ਗੁਜਰਾਤ ਚ ਇਲੈਕਸ਼ਨ ਲੜਨੀ ਹੈ, ਕੱਲ ਅਗਰ ਪਾਰਟੀ ਜਾ ਕੇ ਔਰੰਗਜ਼ੇਬ ਤੇ ਜਹਾਂਗੀਰ ਦੇ ਨਾਲ ਲੈਂਦੇ ਨੇ ਗੁਜਰਾਤ ਕੇ। ਲੈਟਸ ਨਾਟ ਗੋ ਇਨਟੂ ਦ ਸਪੈਸਿਫਿਕਸ, ਬਟ ਮੈਂ ਕਹਿੰਦਾ ਕਿ ਸਾਨੂੰ ਇਲੈਕਸ਼ਨ ਕਮਿਸ਼ਨ ਨੂੰ ਇੰਪਾਵਰ ਕਰਨ ਦੀ ਜ਼ਰੂਰਤ ਹੈ ਤਾਂ ਕਿ ਉਹ ਸਟ੍ਰਿਕਟ ਐਕਸ਼ਨ ਲੈ ਸਕੇ ਜਿਹਦੀ ਕਨਸਟੀਟਿਊਸ਼ਨਲ ਵੈਲਿਡਿਟੀ ਹੋਏ। ਉਹ ਤੁਸੀਂ, ਮੈਂ ਤੁਹਾਡੀ ਗੱਲ ਨੂੰ ਟ੍ਰਾਂਸਲੇਟ ਕਰ ਦੇਣਾ ਕਿ ਇਲੈਕਸ਼ਨ ਕਮਿਸ਼ਨ ਯੋਗੀ ਆਦਿੱਤਿਆਨਾਥ ਨੂੰ ਕਹੇ ਕਿ ਤੁਸੀਂ ਤਾਂ ਜੀ ਯੂਪੀ ਨਾ ਜਾਇਆ ਕਰੋ, ਪ੍ਰਧਾਨ ਮੰਤਰੀ ਨੂੰ ਕਹੇ ਤੁਸੀਂ ਗੁਜਰਾਤ ਨਾ ਜਾਇਆ ਕਰੋ। ਸਾਨੂੰ ਕਿਧਰੇ ਇੱਕ ਰੈੱਡ ਲਾਈਨ ਡਰਾ ਕਰਨੀ ਪਏਗੀ, ਕਿਧਰੇ ਰੈੱਡ ਲਾਈਨ ਡਰਾ ਕਰਨੀ ਪੜੇਗੀ, ਪਹਿਲੀ ਗੱਲ। ਦੂਸਰੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜੇ ਜਰਨਲਿਸਟ ਹੈਗੇ ਤੁਹਾਡੇ ਭਾਈ, ਤੁਸੀਂ ਉਹਨਾਂ ਦਾ ਬੜਾ ਪੋਜ਼ਿਟਿਵ ਰੋਲ ਆਉਂਦਾ ਹੈ ਕਿ ਤੁਸੀਂ ਜਿੱਥੇ ਵੀ ਇਲੈਕਸ਼ਨ ਹੋ ਰਹੀ ਹੈ ਤੁਸੀਂ ਆਪੋਜ਼ਿਟ ਕੈਂਡੀਡੇਟਸ ਨੂੰ, ਮੇਨ ਕੈਂਡੀਡੇਟਸ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਓ ਤੇ ਮੁੱਦਿਆਂ ਤੇ ਗੱਲ ਕਰਕੇ, ਲੋਕਾਂ ਨੂੰ ਦਲੀਲ ਕਰਕੇ ਲੋਕਾਂ ਨੂੰ ਦੱਸੋ ਕਿ ਇਹਨਾਂ ਦੇ ਕੀ ਵਿਚਾਰ ਹੈ। ਪੱਤਰਕਾਰ ਜਿਹੜਾ ਲੋਕਾਂ ਦੀ ਭਾਸ਼ਾ ਵਿੱਚ ਲੋਕਾਂ ਬਾਰੇ ਗੱਲ ਕਰਦਾ ਉਹਦੇ ਤਾਂ ਗੋਲੀ ਮਾਰ ਰਹੀ ਹੈ। ਅੰਗਰੇਜ਼ੀ ਵਾਲਿਆਂ ਦਾ ਬਚਾਅ ਹੈ, ਜਿਹੜੇ ਹਿੰਦੀ, ਪੰਜਾਬੀ, ਕੰਨੜ, ਉੜੀਆ, ਸਮਿਜ਼ ਦੇ ਵਿੱਚ ਗੱਲ ਕਰ ਰਹੇ ਨੇ ਲੋਕਾਂ ਦੀ, ਉਹ ਤੇ ਗੋਲੀ ਖਾਣ ਲਈ ਵਿਚਾਰੇ ਤਿਆਰ ਬੈਠੇ ਨੇ ਤੇ ਵਿੱਚੋਂ ਵਿੱਚੋਂ ਖਾ ਵੀ ਰਹੇ ਨੇ। ਨਹੀਂ, ਬਟ ਅਸੀਂ ਮੁੱਦਿਆਂ ਤੇ ਕਿਉਂ ਨਹੀਂ ਅਸੀਂ ਗੱਲ ਕਰਾਂਗੇ ਕਿ ਅਸੀਂ ਐਕਸਪੋਜ਼ ਕਰਾਂਗੇ ਕਿ ਫਲਾਣਾ ਕੈਂਡੀਡੇਟ ਜਿਹੜਾ ਹੈ ਉਹ ਇਸ ਬਾਰੇ ਇਹ ਗੱਲ ਕਰਦਾ। ਹੁਣ ਮੰਨ ਲਓ ਇਹ ਦੋ ਚੀਜ਼ਾਂ ਜਿਹੜੀਆਂ ਤੁਸੀਂ ਇੱਕ ਫਾਰਮੂਲਾ ਦੇ ਦਿੱਤਾ। ਲੈਟ ਮੀ ਆਸਕ ਹਮੀਰ ਸਿੰਘ ਜੀ, ਇਹ ਬੰਬੇ ਹਾਈ ਕੋਰਟ ਨੇ ਆਪਣੀ ਗੱਲ ਕਹੀ ਹੈ ਹੁਣੇ, ਉਹਨਾਂ ਨੇ ਕਿਹਾ ਕਿ ਇਹ ਕਿਹੋ ਜਿਹਾ ਕੰਟਰੀ ਬਣਾ ਲਿਆ ਜਿਹਦੇ ਵਿੱਚ ਫਿਲਮਾਂ ਵਿੱਚ ਕੰਮ ਕਰਨ ਵਾਲੇ ਆਰਟਿਸਟ, ਕਲਾਕਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਇਹਦੇ ਨਾਲ ਦੇਸ਼ ਦਾ ਨਾਮ ਦੇਸ਼ ਭਰ ਦੇ ਵਿੱਚ ਖਰਾਬ ਹੋ ਰਿਹਾ। ਅਸੀਂ ਕਿਸ ਸਤਰ ਤੱਕ ਗਿਰ ਗਏ ਹਾਂ। ਇਹ ਬੰਬੇ ਹਾਈ ਕੋਰਟ ਦਾ ਬੈਂਚ ਹੈ, ਜਸਟਿਸ ਐਸ.ਸੀ. ਧਰਮਾਧਿਕਾਰੀ ਤੇ ਭਾਰਤੀ ਡਾਂਗਰੇ ਦਾ। ਉਹਨਾਂ ਨੇ ਕਿਹਾ ਕਿ ਇੱਕ ਸਿਚੁਏਸ਼ਨ ਆ ਗਈ ਹੈ ਜਿੱਥੇ ਚੀਫ ਮਿਨਿਸਟਰ ਕਹਿੰਦਾ ਕਿ ਉਹ ਫਿਲਮ ਅਲਾਉ ਨਹੀਂ ਕਰੇਗਾ, ਕਿ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ। ਕੱਲ ਨੂੰ ਤੁਸੀਂ ਕਹੋਗੇ ਮਿਟਗਾ ਨਾ ਕਰੋ ਤੇ ਆਪਣਾ ਵਿਊ ਨਾ ਦੱਸੋ। ਕੋਰਟ ਨੇ ਕਿਹਾ ਇਹ ਨਵੀਂ ਕਿਸਮ ਦੀ ਸੈਂਸਰਸ਼ਿਪ ਹੈ ਜਿਹੜੀ ਕੰਟਰੀ ਨੂੰ ਡੈਮੇਜ ਕਰ ਰਹੀ ਹੈ।
ਕੋਰਟ ਨੇ ਕਿਹਾ ਕਿ ਹੁਣ ਕੋਈ ਇਹ ਕਹਿ ਰਿਹਾ ਕਿ ਮੈਂ ਇਨਾਮ ਦਿਆਂਗਾ ਜਿਹੜਾ ਕਿਸੇ ਐਕਟਰਸ ਨੂੰ ਮਾਰ ਦੇਗਾ। ਇਹ ਸ਼ਰਮ ਆਣੀ ਚਾਹੀਦੀ ਹੈ ਕਿ ਕੰਟਰੀ ਇਸ ਹੱਦ ਤੱਕ ਗਿਰ ਚੁੱਕਾ ਹੈ। ਹੁਣ ਜੇ ਵਾਲੀ ਸਾਹਿਬ ਵਾਲਾ ਫਾਰਮੂਲਾ ਲਾਈਏ ਤੇ ਮੈਂ ਉਹਨਾਂ ਦੀ ਲਿਸਟ ਬਣਾਵਾਂ ਜਿਨ੍ਹਾਂ ਨੇ ਪਦਮਾਵਤੀ ਦੇ ਉੱਤੇ ਬਿਆਨ ਦਿੱਤੇ ਨੇ ਤੇ ਮੇਰੇ ਅੱਧੇ ਪੋਲੀਟੀਸ਼ੀਅਨ ਤੇ ਇਨਐਲੀਜੀਬਲ ਹੋ ਜਾਣਗੇ ਸਰ, ਕੱਲ ਨੂੰ ਕਈ ਚੀਫ ਮਿਨਿਸਟਰ ਹਟਾਣੇ ਪੈ ਜਾਣਗੇ। ਇਹ ਸਾਨੂੰ ਵੈਸੇ ਹੀ ਦਿਖਾਈ ਦੇ ਰਿਹਾ ਓਵਰਆਲ ਕਿ ਜਿਹੜਾ ਕਾਨੂੰਨ ਦਾ ਰਾਜ ਹੈ, ਰੂਲ ਆਫ ਲਾ ਹੈ, ਉਹ ਦਿਖਾਈ ਨਹੀਂ ਦੇ ਰਿਹਾ, ਉਹ ਕਮਜ਼ੋਰ ਹੋ ਰਿਹਾ ਸਟੈਪ ਬਾਈ ਸਟੈਪ। ਜੇ ਕਾਨੂੰਨ ਦਾ ਰਾਜ ਹੋਏਗਾ ਤਾਂ ਫਿਰ ਲੋਕ ਇਹੋ ਜਿਹੀਆਂ ਗੱਲਾਂ ਨਹੀਂ ਕਰਨਗੇ, ਜੇ ਕਰਨਗੇ ਤਾਂ ਸੂਮੋਟੋ ਲਏਗਾ ਕਾਨੂੰਨ। ਔਰ ਸੁਪਰੀਮ ਕੋਰਟ ਨੇ ਤਾਂ ਇਹ ਵੀ ਜੱਜਮੈਂਟ ਦਿੱਤੀ ਹੋਈ ਹੈ ਕਿ ਜਿਹੜਾ ਵੀ ਧਰਮ ਦੇ ਆਧਾਰ ਤੇ ਵੋਟ ਮੰਗੇਗਾ ਉਹ ਡਿਸਕੁਆਲੀਫਾਈ ਹੋ ਜਾਏਗਾ। ਇਹ ਧਰਮ ਦੇ ਆਧਾਰ ਤੇ ਵੋਟ ਨਹੀਂ ਹੈ ਜਿਹੜਾ ਕੁਝ ਹੋ ਰਿਹਾ ਗੁਜਰਾਤ ਦੇ ਵਿੱਚ, ਨਹੀਂ ਤੇ ਜਿਹੜਾ ਕੁਝ ਲੈਵਲ ਦਾ ਸੈਟਅਪ ਹੋ ਰਿਹਾ ਇਹ ਸਾਰਾ ਜਿਹੜੀਆਂ ਸਿੰਬੋਲਿਕ ਇਫਤਾਰ ਪਾਰਟੀਆਂ ਪਹਿਲਾਂ ਹੁੰਦੀਆਂ ਸੀਗੀਆਂ ਤੇ ਬਹੁਤ ਸਾਰੇ ਕਾਂਗਰਸੀ ਨੇਤਾ ਕਰਦੇ ਸੀ, ਉਸ ਵੇਲੇ ਵੀ ਕੋਈ ਨਹੀਂ ਸੀ। ਉਸ ਵੇਲੇ ਵੀ ਨਹੀਂ। ਮੈਂ ਤਾਂ ਇਹ ਕਹਿਣਾ ਕਿ ਲਾਸਟ ਈਅਰ ਜਿਹੜਾ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਉਹਦੀਆਂ ਗਾਈਡਲਾਈਨ ਜਿਹਨੇ ਕਿ ਧਰਮ ਦੇ ਆਧਾਰ ਤੇ ਜੇ ਕੋਈ ਵੋਟ ਮੰਗੇਗਾ ਤਾਂ ਡਿਸਕੁਆਲੀਫਾਈ ਹੋ ਜਾਏਗਾ। ਕੀ ਸੁਪਰੀਮ ਕੋਰਟ ਪਾਰਟੀ ਹੀ ਕੀ ਸੁਪਰੀਮ ਕੋਰਟ ਉਹ ਵੀ ਸੂਮੋਟੋ ਲਿਆ ਸੀ ਤੇ ਕੀ ਸੁਪਰੀਮ ਕੋਰਟ ਸੂਮੋਟੋ। ਬਿਲਕੁਲ ਅਗਲਾ ਸਵਾਲ ਇਹ ਹੈ ਕਿ ਜਿਹੜੇ ਇਹ ਤਾਂ ਲੋਕਾਂ ਦੀ ਜਾਗਰੂਕਤਾ ਦਾ ਸਵਾਲ ਵੀ ਹੈ, ਉਹਨਾਂ ਦੀ ਇੰਪਾਵਰਮੈਂਟ ਦਾ ਸਵਾਲ ਹੈ। ਜਿਹੜੇ ਲੋਕਾਂ ਦੇ ਵਿੱਚ ਕੰਮ ਕਰਦੇ ਨੇ ਉਹ ਪੋਲੀਟੀਸ਼ੀਅਨ ਨੂੰ ਘੇਰ ਕੇ ਉੱਥੇ ਜਿੰਨਾ ਚਿਰ ਨਹੀਂ ਲਿਆਉਂਦੇ ਕਿ ਆਹ ਮੁੱਦੇ ਨੇ। ਜੇ ਗੁਜਰਾਤ ਹੈ, ਗੁਜਰਾਤ ਦੇ ਵਿੱਚ ਮਿਨੀਮਮ ਵੇਜ 169 ਰੁਪਏ, ਕੰਟਰੀ ਦੇ ਵਿੱਚ 230 ਰੁਪਏ ਹੈ ਐਵਰੇਜ ਮਿਨੀਮਮ ਵੇਜ ਜਿਹੜੀ ਇੱਕ ਲੇਬਰਰ ਦੀ ਹੈ। ਤੇ ਜੇਕਰ ਉਹ ਸਾਰੀਆਂ ਚੀਜ਼ਾਂ ਜਿਹੜਾ ਏਜੰਡਾ ਜਿਹੜਾ ਗੁਜਰਾਤ ਮਾਡਲ ਤੋਂ ਚੱਲਿਆ ਸੀ ਚੱਲਦਾ ਚੱਲਿਆ ਪਹਿਲੇ 20 ਦਿਨ 25 ਦਿਨ ਉਹ ਵੀ ਚੱਲਿਆ ਏਜੰਡਾ, ਉਸ ਤੇ ਵੀ ਗੱਲ ਹੋਈ। ਪਰ ਉਦੋਂ ਬਾਅਦ ਜਦੋਂ ਟਿਲਟ ਹੋ ਜਾਂਦਾ ਟੋਟਲੀ ਤਾਂ ਆਨ ਦੀ ਹੋਲ ਸੋਸਾਇਟੀ ਦੀ ਵੀ ਰਿਸਪੌਂਸਿਬਿਲਟੀ ਹੈ, ਪਰ ਸਾਡੇ ਸਿਸਟਮ 'ਚ ਇਲੈਕਟੋਰਲ ਪ੍ਰੋਸੈਸ ਨੂੰ ਵੀ ਚੇਂਜ ਕਰਨ ਵਾਲਾ ਹੈ। ਮਾਈ ਕੁਐਸਚਨ ਇਜ਼ ਬਿਗਰ ਪ੍ਰੋਫੈਸਰ ਮੁਹੰਮਦ ਖਾਲਿਦ, ਇਹ ਸਵਾਲ ਵੱਡਾ ਹੈ। ਸਵਾਲ ਸਿਰਫ ਇਹ ਨਹੀਂ ਹੈ ਕਿ ਗੁਜਰਾਤ ਮਾਡਲ ਕਰਕੇ ਹੈ ਜਾਂ ਸਾਡੇ ਇੱਥੇ ਕਮਿਊਨਲਿਜ਼ਮ ਜਿਹੜਾ ਹੈ ਉਹ ਵੋਟਸ ਯੀਲਡ ਕਰਦਾ ਇਸ ਕਰਕੇ ਪੋਲੀਟੀਸ਼ੀਅਨ ਨੂੰ ਟੈਂਪਟੇਸ਼ਨ ਹੈ। ਸਵਾਲ ਇਹ ਹੈ ਕਿ ਡੈਮੋਕ੍ਰੈਟਿਕ ਮਾਡਲ ਹਰ ਜਗ੍ਹਾ ਦੇ ਉੱਤੇ ਇਸੇ ਤਰੀਕੇ ਨਾਲ ਹੀ ਕੰਮ ਕਰ ਰਿਹਾ। ਯੂਰਪ ਦੇ ਵਿੱਚੋਂ ਬਹੁਤ ਸਾਰੀਆਂ ਇਸ ਕਿਸਮ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਜਿਹੜੀਆਂ ਇੰਟੋਲਰੈਂਸ ਦੀਆਂ ਆਵਾਜ਼ਾਂ ਨੇ। ਈਵਨ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀਆਂ ਪਾਰਟੀਆਂ ਹੋ ਰਹੀਆਂ ਨੇ। ਉਹ ਦੇਖੋ ਬ੍ਰਿਟੇਨ ਦੇ ਵਿੱਚ ਬ੍ਰਿਟੇਨ ਫਸਟ ਕਿਸ ਕਿਸਮ ਦੀ, ਚਾਹੇ ਅਜੇ ਪਾਰਟੀ ਦੇ ਕੋਈ ਖਾਸ ਮੈਂਬਰ ਨਹੀਂ ਆ, ਪਰ ਕਿਸ ਕਿਸਮ ਦੀਆਂ ਆਵਾਜ਼ਾਂ ਆ ਰਹੀਆਂ ਨੇ। ਉਹਨਾਂ ਦੇ ਵੀਡੀਓਜ਼ ਨੂੰ ਹੁਣ ਟਰੰਪ ਸਾਹਿਬ ਅੱਗੋਂ ਰੀਟਵੀਟ ਕਰ ਰਹੇ ਨੇ ਜਿਹੜੇ ਲਗਾਤਾਰ ਇਹ ਦਿਖਾਉਂਦੇ ਨੇ ਦੇਖੋ ਜੀ ਮੁਸਲਮਾਨ ਇੱਥੇ ਕ੍ਰਿਸਚੀਅਨ ਨੂੰ ਮਾਰ ਰਿਹਾ, ਦੇਖੋ ਜੀ ਮੁਸਲਮਾਨ ਇੱਥੇ ਡੱਚ ਬॉय ਨੂੰ ਮਾਰ ਰਿਹਾ। ਇਹ ਆਵਾਜ਼ਾਂ ਤਾਂ ਸਾਰੇ ਪਾਸੇ ਨੇ। ਕੀ ਪ੍ਰੋਬਲਮ ਐਕਚੁਅਲੀ ਡੈਮੋਕ੍ਰੈਟਿਕ ਮਾਡਲ ਦੇ ਨਾਲ ਹੀ ਹੈ? ਨਹੀਂ, ਅਸਲ 'ਚ ਗੱਲ ਇਦਾਂ ਹੈਗਾ ਕਿ ਅਗਰ ਆਪਾਂ ਇੰਟਰਨੈਸ਼ਨਲ ਲੈਵਲ ਸਾਊਦਰਨ ਸਿਵਲ ਵਾਰ ਦੇਖੋ ਕਦੋਂ ਖਤਮ ਹੋਈ ਹੈ ਅਟਲਾਂਟਾ ਜਾਰਜੀਆ ਦੇ ਵਿੱਚ, ਤੇ ਕੂ ਕਲਕਸ ਕਲੈਨ ਦੇ ਲੋਕ ਅਜੇ ਉੱਥੇ ਰਾਜ ਉਹਨਾਂ ਦੀ ਆਵਾਜ਼ ਹੈ ਸਟਰੋਂਗ। ਇੰਟਰਨੈਸ਼ਨਲ ਲੈਵਲ ਤੇ ਦੇਖੀਏ ਜੀ, ਜਿਸ ਵੇਲੇ ਕਮਿਊਨਿਜ਼ਮ ਦਾ ਡਾਊਨਫਾਲ ਹੋਇਆ ਜੀ ਵਰਲਡ ਵਾਈਡ ਜੀ, ਉਹ ਤੇ ਬਾਅਦ ਜਿਹੜੀ ਸਪੇਸ ਹੋਈ ਉਹ ਸਪੇਸ ਬਜਾਏ ਇਸ ਤੇ ਕਿ ਲਿਬਰਲ ਫੋਰਸਸ ਕੈਪਚਰ ਕਰਦੀਆਂ, ਉਹ ਸਾਰੀਆਂ ਰਾਈਟਿਸਟ ਫੋਰਸਸ ਨੇ ਕੈਪਚਰ ਕੀਤੀ ਆਲ ਓਵਰ ਦ ਵਰਲਡ। ਓਕੇ, ਉਹਦਾ ਪ੍ਰਭਾਵ ਦੇ ਵਿੱਚ ਆਪਾਂ ਦੇਖਦੇ ਹਾਂ ਚਾਹੇ ISIS ਦਾ ਰਾਈਜ਼ ਹੈ, ਚਾਹੇ ਉਹਦੀ ਇੰਟਰਫੇਰੈਂਸ ਹੈ ਯੂਰਪ ਦੇ ਵਿੱਚ, ਜਾਂ ਜਿਸ ਤਰੀਕੇ ਦੇ ਨਾਲ ਬ੍ਰੈਕਸਿਟ ਹੋਇਆ, ਜਿਸ ਤਰੀਕੇ ਨਾਲ ਟਰੰਪ ਦੀ ਜਿੱਤ ਹੋਈ, ਜਿਸ ਤਰੀਕੇ ਦੇ ਨਾਲ ਇੱਥੇ ਦੀ ਪੋਲਿਟਿਕਸ ਚੇਂਜ ਹੋਈ, ਉਹ ਸਾਰਾ ਜਿਹੜਾ ਹੈਗਾ ਉਸੇ ਚੀਜ਼ ਦਾ ਹੈ। ਪਹਿਲੀ ਚੀਜ਼। ਦੂਸਰੀ ਚੀਜ਼ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਡੂਮਡ ਆ ਨਾ? ਨਹੀਂ ਡੂਮਡ ਨਹੀਂ ਹੈ। ਇਹ ਵੀ ਐਵੋਲੂਸ਼ਨ ਦਾ ਇੱਕ ਪਾਰਟ ਹੈ, ਇਹ ਵੀ ਐਵੋਲੂਸ਼ਨ ਦਾ ਇੱਕ ਪ੍ਰੋਸੈਸ ਹੈ। ਨੈਵਰ ਫੀਲ ਕਿ ਦਿਸ ਇਜ਼ ਦ ਐਂਡ ਆਫ ਦ ਰੋਡ। ਇਹ ਤਾਂ ਦਿਸ ਇਜ਼ ਪਾਰਟ ਆਫ ਦੈਟ ਪ੍ਰੋਸੈਸ। ਉਸ ਪ੍ਰੋਸੈਸ ਦੇ ਵਿੱਚੋਂ ਕੱਲ ਨੂੰ ਕਿਸ ਤਰ੍ਹਾਂ ਦੀ ਜਨਮ ਲੈਂਦੀ ਹੈ ਉਹ ਲੋਕਾਂ ਨੇ, ਔਰ ਜਿਹੜੀ ਲੀਡਰਸ਼ਿਪ ਹੈ, ਸੋਸ਼ਲ ਲੀਡਰਸ਼ਿਪ ਵੀ, ਪੋਲੀਟੀਕਲ ਲੀਡਰਸ਼ਿਪ ਵੀ, ਉਹਨੇ ਡਿਸਾਈਡ ਕਰਨਾ ਹੈ ਕਿ ਕਿਆ ਅਸੀਂ ਜਿਸ ਨੈਰੇਟਿਵ ਦੇ ਆਲੇ ਦੁਆਲੇ ਇਸ ਵੇਲੇ ਘੁੰਮ ਰਹੇ ਹਾਂ क्या वो सिर्फ वोटां लैन तक ही सीमित है या समाज नूं अगे वधाउणा, देश नूं भी अगे वधाउणा? अगर असीं समाज ते देश नूं अगे वधाउणा ते इस नैरेटिव नूं पिछे करके उसे नैरेटिव नूं अगे लाना। एक सेकंड आ रहा मैं जी तुहाडे कोल रजीव लोचन जी, दोनों कंटेंडिंग नैरेटिव ने। एक कि इन्नी सारी भड़काहट दे बावजूद, नेतावां दे नित दिन दे बयानां दे बावजूद एक कंटीन्यूअस स्ट्रॉन्ग परसिस्टेंट हिंदू मुस्लिम यूनिटी दा नैरेटिव है जिहड़ा साडे देश नूं उस दंगा फसाद वाली स्थिति वल नहीं ले जा रहा। और पंजाब ने भी ये देखा लगातार कि इत्थे कदी हिंदू वर्सेस सिख सवाल नहीं बनया, अज के बड़ा माड़ा दौर पंजाब ने देखा है। कि ਉਹਦੇ ਤੇ ਭਰੋਸਾ ਰੱਖੀਏ ਤੇ ਇਹ ਸੋਚੀਏ ਜਿਵੇਂ ਖਾਲਿਦ ਸਾਹਿਬ ਕਹਿ ਰਹੇ ਨੇ ਕਿ ਦਿਸ ਇਜ਼ ਨਾਟ ਦ ਐਂਡ ਆਫ ਦਾ ਰੋਡ, ਇਹ ਵੀ ਇੱਕ ਫੇਜ਼ ਹੈ ਤੇ ਨਿਕਲ ਜਾਏਗਾ, ਜਾਂ ਤੁਹਾਨੂੰ ਜਾਪਦਾ ਜਿੱਥੇ ਲੋਕ ਇੱਕ ਦੂਜੇ ਨੂੰ ਡਿਸਟਰਸਟ ਕਰਨ ਲੱਗ ਜਾਣ, ਯੂਪੀ ਦੇ ਵਿੱਚੋਂ ਲੰਘਦਾ ਵਿਅਕਤੀ ਕੋਈ ਵੀ ਸੋਚੇਗਾ ਕਿ ਮੇਰੇ ਨਾਲ ਵਾਲਾ ਬੈਠਾ ਵਿਅਕਤੀ ਕਿਸ ਧਰਮ ਨੂੰ ਬਿਲੋਂਗ ਕਰਦਾ, ਕਿਉਂਕਿ ਪਤਾ ਨਹੀਂ ਲੱਗਦਾ ਕੌਣ ਡੱਬੇ ਵਿੱਚ ਕਦੋਂ ਵੜ ਜਾਏ ਤੇ ਇਸ ਕਰਕੇ ਤੁਹਾਨੂੰ ਕੁੱਟ ਮਾਰ ਦੇਵੇ ਕਿ ਤੁਸੀਂ ਟੋਪੀ ਕਿਹੜੀ ਪਾਈ ਹੈ ਜਾਂ ਗੱਲ ਕੀ ਕਰ ਰਹੇ ਹੋ आपस ਦੇ ਵਿੱਚ। उसका जो सॉल्यूशन है ना वो वही है जो कि हम सभी लोग यहाँ इकट्ठे बोल रहे हैं जी, वो यह है कि कहीं ना कहीं गुड गवर्नेंस लाना पड़ेगा, रूल ऑफ द लॉ लाना पड़ेगा। गुड गवर्नेंस और एक मिनट रूलर कुछ और कह रहे हैं, एक मिनट ना मेरे भाई, गुड
गवर्नेंस एंड रूल ऑफ द लॉ जो होता है उसका पॉलिटिकल रेटोरिक से कोई संबंध नहीं होता है। उसका संबंध होता है कि आप अपनी जस्टिस सिस्टम को ठीक करो, आप अपनी ब्यूरोक्रेसी को ठीक करो, अपने पुलिस सिस्टम को ठीक करो। एंड फॉर्चुनेटली जो हमें लगता है वो ये है कि मोदी साहब की जो सरकार है ना वो एक्चुअली ये सब कर रही है, जो कि कांग्रेसी सरकारों ने कई दशकों तक सर होने नहीं दिया था। गवर्नेंस ये ਹੁੰਦੀ ਹੈ ਕਿ ਜੇ ਕੋਈ ਮਸਜਿਦ ਗਿਰਾ ਦਿੱਤੀ ਗਈ ਹੈ ਤੇ ਤੁਸੀਂ ਹੜਤਾਲ ਕੀਤੀ ਹੈ ਤੇ ਮੈਂ ਆਪਣੀ ਦੁਕਾਨ ਖੁੱਲੀ ਰੱਖਦਾ ਤਾਂ ਸਟੇਟ ਮੇਰੀ ਦੁਕਾਨ ਲਈ ਖੜੀ ਹੋ ਜਾਵੇ ਕਿ कांग्रेस ने की थी ना, ध्यान रखिए, कल्ला बंद करना चाहता कोई नहीं कर वो सारा काम कांग्रेस ने किया था। कांग्रेस सॉफ्ट कम्युनलिज्म नहीं करता था। एक सेकंड, कांग्रेस तो दिल खोल के हार्ड कम्युनलिज्म किया करता था और उस हार्ड कम्युनलिज्म का नतीजा यह है कि आपको ये जो फ्रिंज एलिमेंट नजर आता है आज, ये फ्रिंज एलिमेंट उसका नतीजा है, कांग्रेस की पॉलिटिक्स का नतीजा है। इस फ्रिंज एलिमेंट का मोदी से कोई लेना देना नहीं है। और ये कहना कि जी मोदी इसका ट्वीट को अनफॉलो कर दे, वो तो बिल्कुल कहने की बात नहीं है। उसमें जो कहने की बात है वो ये कि आपको हवा ऐसी बनानी पड़ेगी जहां की लोग जब कम्युनल बातें उठेंगी तो लोग उन लोगों को कम्युनल बातें करने वालों को नकार देंगे। यदि वो नहीं नकारेंगे तो क्या होगा कि लोग तो इसी तरह की बातें करेंगे। ਜਿਹੜੀ ਡਾਕਟਰ ਜੀ ਲੋਚਨ ਨੇ ਗੱਲ ਕੀਤੀ ਹੈ ਗੁਜਰਾਤ ਦੇ ਬਾਰੇ, ਮੈਂ ਦੱਸਦਾ ਕਿ ਗੁਜਰਾਤ ਦੇ ਵਿੱਚ ਜਿਹੜੇ 3 ਇਲੈਕਸ਼ਨ ਜਿੱਤੇ ਹੈ ਉਹਦੇ ਵਿੱਚ ਫ੍ਰਿੰਜ ਐਲੀਮੈਂਟ ਦਾ ਕਿੱਡਾ ਇੰਪੋਰਟੈਂਟ ਰੋਲ ਸੀਗਾ। it was not only the ruling party, it was the fringe element ਜਿਹੜਾ ਕਿ ਇਲੈਕਸ਼ਨ ਦੇ ਵਿੱਚ ਪੂਰਾ ਦਬ ਕੇ ਉਸ ਪਾਰਟੀ ਵਾਸਤੇ ਸਰ ਇਹ ਫ੍ਰਿੰਜ ਨੂੰ ਕਦੋਂ ਤੱਕ ਫ੍ਰਿੰਜ ਕਰਦੇ ਉਹ ਜਦੋਂ ਸੈਂਟਰ ਦੇ ਵਿੱਚ ਆ ਕੇ ਬੈਠੀ ਹੋਈ ਹੈ ਤਾਂ ਜੇ ਫ੍ਰਿੰਜ ਹੀ ਆ ਉਹ ਐਗਜ਼ੈਕਟ ਫ੍ਰਿੰਜ ਤਾਂ ਇਹ ਹੈ ਕਿ ਉਹ ਪੋਲਿਟਿਕਸ ਹੀ ਟੋਟਲ ਮਿਸਅੰਡਰਸਟੈਂਡਿੰਗ ਜਦੋਂ ਕੁਝ ਕਹਿੰਦਾ ਹੈ ਜਦੋਂ ਇੱਕ ਚੀਫ ਮਿਨਿਸਟਰ ਕੰਮ ਚੱਲਦਾ ਹੈ ਫ੍ਰਿੰਜ ਥੋੜੀ ਹੈ। ਇੱਕ ਸੈਕਿੰਡ ਸਰ 1 ਬਾਈ 1 ਹਮ ਇਹ ਫ੍ਰਿੰਜ ਨਹੀਂ ਹੈ। ਜਦੋਂ ਇੱਕ ਚੀਫ ਮਿਨਿਸਟਰ ਕੁਝ ਕਹਿੰਦਾ ਹੈ, ਪ੍ਰਾਈਮ ਮਿਨਿਸਟਰ ਕਹਿ ਰਿਹਾ, ਜਦੋਂ ਇੱਕ ਪ੍ਰਾਈਮ ਮਿਨਿਸਟਰ ਕਹਿੰਦਾ, ਜਦੋਂ ਮੈਂਬਰ ਪਾਰਲੀਮੈਂਟ ਕਹਿ ਰਿਹਾ, ਇਲੈਕਟਡ ਰਿਪਰੈਜ਼ੈਂਟੇਟਿਵ ਨੇ, ਬਿਲਕੁਲ, ਤਾਂ ਇਟ ਮੀਨਸ ਇੱਕ ਮਾਈਂਡ ਸੈਟ ਹੈ ਨਾ ਕਿ ਉਹ ਔਰ ਇਹਦੇ ਨਾਲ ਇਹ ਹੈ ਕਿ ਫ੍ਰਿੰਜ ਐਲੀਮੈਂਟ ਜਿਹੜਾ ਇੱਕ ਮਾਹੌਲ, ਜਿਹੜਾ ਮਾਹੌਲ ਹੁੰਦਾ ਹੈ, ਓਐਸਸੀ ਸਾਹਿਬ ਮਾਹੌਲ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਮਾਹੌਲ ਦੇ ਵਿੱਚ ਹੀ ਅਸੀਂ 47 ਦੇ ਵਿੱਚ ਇੰਨੇ ਬੰਦੇ ਮਾਰ ਲਿਓ ਤਾਂ ਭਰਾਵਾਂ ਭੈਣਾਂ ਵਾਂਗ ਰਹਿੰਦੇ ਸੀ ਇਕੱਠੇ। ਸਰ ਉਹ ਠੀਕ ਕਹਿ ਰਹੇ ਨੇ ਨਾ, ਵੈਸੇ ਵੀ ਮੈਂਬਰ ਪਾਰਲੀਮੈਂਟ ਹੈ, ਜਿਹੜੀ ਮਜਲਿਸ ਹੈ ਇਤਿਹਾਦ ਵੈਸੇ ਵੀ ਮੈਂਬਰ ਪਾਰਲੀਮੈਂਟ ਹੈ, ਜਿਹੜੇ ਵੀ ਬੰਦੇ ਕਹਿੰਦੇ ਨੇ, ਚਾਹੇ ਮੁਸਲਿਮ ਲੀਗ ਹੈ, ਚਾਹੇ ਮਜਲਿਸ ਇਜਲਾਸ ਇਤਿਹਾਦੁਲ ਮੁਸਲਮੀਨ ਹੈ, ਜਿਹੜੀ ਵੀ ਪੋਲੀਟੀਕਲ ਪਾਰਟੀ ਰਿਲੀਜਨ ਦਾ ਬਲੇਟੈਂਟ ਇਸਤੇਮਾਲ ਕਰਦੀ ਹੈ ਉਹਦਾ ਉਹ ਕਹਿੰਦਾ 15 ਮਿੰਟ ਲਈ ਪੁਲਿਸ ਹਟਾ ਲਓ, ਦੱਸ ਦਾਂਗੇ। ਮੈਂ ਕਿਹਾ ਜੀ ਦੇਸ਼ ਦੀ ਰਾਜਨੀਤੀ ਦੇ ਵਿੱਚ ਕੋਈ ਜਗ੍ਹਾ नहीं होनी। सारे ही तो आपको राहुल गांधी को जेल में भेजना पड़ेगा। जिस तरह की कम्युनल पॉलिटिक्स राहुल गांधी करता है तो सबसे पहले यदि आप ये करना शुरू कर दो जो खालिद भाई बोल रहे हैं तो राहुल गांधी को जेल भेजना पड़ेगा। हिम्मत के कोई जगदीश गगनेजा आके गोली मार जाए, हेट क्राइम नहीं है तो और की है। तो इस तरह के लोगों को, इस तरह के लोगों को रोकने के लिए आपको गुड गवर्नेंस चाहिए है। ਸਾਰਿਆਂ ਨੂੰ ਜੇਲ੍ਹ ਸੁੱਟਣ ਵਾਲਾ ਸਾਡਾ ਸੈਟਅਪ ਹੈ ਹੀ ਨਹੀਂ ਹੈ ਤੇ ਸੈਟਅਪ ਨਹੀਂ ਹੈ। ਸਵਾਲ ਇਹ ਹੈ, ਮੈਨੂੰ ਇਹ ਲੱਗਦਾ ਨਹੀਂ, ਮੈਨੂੰ ਇਹ ਲੱਗਦਾ ਕਿ ਗਲੋਬਲ ਲੈਵਲ ਤੇ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ, ਗਲੋਬਲ ਲੈਵਲ ਤੇ ਲੋਕਾਂ 'ਚ ਬਹੁਤ ਵੱਡੀ ਨਿਰਾਸ਼ਤਾ ਆ ਰਹੀ ਹੈ। ਅਨਐਮਪਲੋਇਮੈਂਟ ਜਿਸ ਹੱਦ ਤੱਕ ਵੱਧ ਰਹੀ ਹੈ, ਯੂਥ ਦੀਆਂ ਐਸਪੀਰੇਸ਼ਨ ਜਿਹਨੇ ਉਹ ਫੁੱਲਫਿਲ ਨਹੀਂ ਹੋ ਰਹੀਆਂ ਔਰ ਉਹ ਸਾਰੇ ਕਿਤੇ ਇਸੇ ਕਰਕੇ ਗਲੋਬਲਾਈਜੇਸ਼ਨ ਦਾ ਜਿਹੜਾ ਟ੍ਰੈਂਡ ਸੀ ਉਹ ਰੀਟਰੀਟ ਕਰ ਰਿਹਾ, ਉਹ ਸਾਰਾ ਵਾਪਸ ਆ ਰਿਹਾ। ਟਰੰਪ ਕਹਿ ਰਿਹਾ ਕਿ ਅਸੀਂ ਉਹਦੇ 'ਚੋਂ ਬਾਹਰ ਨਿਕਲਣਾ, WTO ਨਾਲ ਅਸੀਂ ਕੋਈ ਗੱਲ ਨਹੀਂ ਮੰਨਦੇ, ਕਲਾਈਮੇਟ ਚੇਂਜ ਦਾ ਪੈਰਿਸ ਐਗਰੀਮੈਂਟ ਨੂੰ ਅਸੀਂ ਨਹੀਂ ਮੰਨਦੇ, ਡਿਫਰੈਂਟ ਟਾਈਪ ਦਾ, ਚਾਹੇ ਉਹ ਬ੍ਰੈਗਜ਼ਿਟ ਹੋ ਰਿਹਾ ਉਹ ਕਹਿ ਰਿਹਾ, ਚਾਹੇ ਸਕਾਟਲੈਂਡ ਦਾ ਰੈਫਰੈਂਡਮ ਹੈ ਉਹ ਕਹਿ ਰਿਹਾ। ਥਰੂ ਆਊਟ ਗਲੋਬ ਲੋਕਾਂ ਨੂੰ ਡਿਵੈਲਪਮੈਂਟ ਦਾ ਜਿਹੜਾ ਅਸੀਂ ਮਾਡਲ ਦੇ ਰਹੇ ਹਾਂ, ਉਹ ਡਿਵੈਲਪਮੈਂਟ ਦਾ ਮਾਡਲ ਅੱਗੇ ਵਧਾਉਣ ਦਾ ਕੋਈ ਉਮੀਦ ਨਹੀਂ ਦੇ ਰਿਹਾ। ਜੀ ਤੇ ਨਾ ਉਮੀਦ ਭੀੜ ਜਿਹੜੀ ਹੈ ਉਹ ਹਮੇਸ਼ਾ ਹੀ ਉਹਦੇ ਚੋਂ ਹਿਟਲਰ ਨਿਕਲਦਾ, ਉਹਦੇ ਚੋਂ ਸਟਾਲਨ ਨਿਕਲਦਾ। ਮੈਂ ਇਹ ਨਹੀਂ ਗੱਲ ਕਰਦਾ ਕਿ ਲੈਫਟ ਦੀ ਜਿਹੜੀ ਗੱਲ ਕੱਲੀ ਸੀ, ਸਟਾਲਨ ਨੇ ਇੱਕ ਸਮਾਜਵਾਦ ਦੇ 5 ਲੱਖ ਬੰਦਾ ਮਾਰਿਆ। ਤੇ ਚਾਈਨਾ ਦੇ ਵਿੱਚ ਜਿਸ ਲੈਵਲ ਦਾ ਰੋਲ ਹੈ, ਚਾਈਨਾ ਦੇ ਵਿੱਚ ਜੇਕਰ ਪੋਲੀਟੀਕਲ ਉਸ ਲੈਵਲ ਦੀ ਨਹੀਂ, ਬਿਲਕੁਲ ਸਮਾਂ ਖਤਮ ਹੈ। ਉਹਨਾਂ ਚੀਜ਼ਾਂ ਨੂੰ ਵੀ ਠੀਕ ਕਰਨ ਦਾ ਸਵਾਲ ਹੈ। ਮੈਨੂੰ ਲੱਗਦਾ ਕਿ ਮੈਂ ਬੜਾ ਆਸ਼ਾਵਾਦੀ ਹਾਂ। ਮੈਨੂੰ ਲੱਗਦਾ ਕਿ ਇਹ ਜਿਹੜਾ ਜਿਹਨੂੰ ਅਸੀਂ AIR ਕਹਿੰਦੇ ਆ, ਅਪੀਜ਼ਮੈਂਟ, ਆਈਡੈਂਟੀਟੀ ਤੇ ਰਿਲੀਜਨ, ਇਹਨੂੰ ਖਤਮ ਕਰਨ ਦਾ ਮੌਕਾ ਮਿਲੇਗਾ ਔਰ ਡਿਵੈਲਪਮੈਂਟ ਤੇ ਗੱਲ ਹੋਏਗੀ। ਔਰ ਇਹ ਗੁਜਰਾਤ ਦਾ ਇੱਕ ਆਈਸੋਲੇਟਡ ਇਨਸੀਡੈਂਸ ਹੈ, ਇਹਨੂੰ ਭੁੱਲ ਜਾਣਾ ਚਾਹੀਦਾ ਔਰ ਸਾਨੂੰ ਸਾਰਿਆਂ ਨੂੰ ਇੱਕ ਪੋਜ਼ਿਟਿਵ ਰੋਲ ਪਲੇ ਕਰਨਾ ਪਏਗਾ ਔਰ ਉਹਦੇ ਵਿੱਚ ਜਰਨਲਿਸਟ ਦਾ ਵੀ ਬੜਾ ਇੰਪੋਰਟੈਂਟ ਰੋਲ ਹੈ। ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਰੋਲ ਤਾਂ ਲੋਕਾਂ ਦਾ ਹੈ ਕਿ ਜਿਹੜਾ ਤੁਹਾਡੇ ਕੋਲੋਂ ਇਹ ਕਹਿ ਕੇ ਵੋਟਾਂ ਮੰਗਦਾ, ਜਿਹੜਾ ਤੇ ਕਹਿੰਦਾ ਜਿਵੇਂ ਹਸਪਤਾਲ ਇੰਨੇ ਬਣਾਵਾਂਗਾ ਤੇ ਡਾਕਟਰ ਇੰਨੇ ਕਰ ਦਿਆਂਗਾ ਤੇ ਦਵਾਈਆਂ ਲਈ ਇੰਨੇ ਪੈਸੇ ਰੱਖਾਂਗਾ ਤੇ ਪ੍ਰਾਇਮਰੀ ਸਕੂਲਾਂ ਲਈ ਇੰਨੇ ਪੈਸੇ ਰੱਖਾਂਗਾ ਤੇ ਸਿੱਖਿਆ ਨੀਤੀ ਇਦਾਂ ਦੀ ਬਣਾਵਾਂਗਾ ਤੇ ਫਲਾਣੀ ਭਾਸ਼ਾ ਦੇ ਵਿੱਚ ਸਟੱਡੀ ਹੋਏਗੀ ਤੇ ਡਿਸਪੈਂਸਰੀ ਘਰ ਤੋਂ ਇੰਨੀ ਦੂਰ ਹੋਏਗੀ। ਜੇ ਤਾਂ ਬੰਦਾ ਅਗੇ ਇਹਨਾਂ ਟਰਮਸ ਦੇ ਵਿੱਚ ਗੱਲ
ਕਰ ਰਿਹਾ ਤਾਂ ਤੁਹਾਡੇ ਜੀਵਨ ਨਾਲ ਜੁੜੀਆਂ, ਤੇ ਜੇ ਤੁਸੀਂ ਉਹ ਟਰਮਸ ਨਾਲ ਵੀ ਗੱਲ ਕਰੇ ਤੇ ਲੀਗਲ ਡਾਕੂਮੈਂਟ ਵੀ ਹੋਵੇ, ਇਹ ਨਾ ਫਰਾਡ ਕਰਕੇ ਪੰਜਾਬ ਦੀ ਫਰਾਡ ਨਾ ਕਰਦੇ ਤੁਹਾਡੇ ਨਾਲ ਮੈਨੀਫੈਸਟੋ ਵਿੱਚ ਕਰਕੇ, ਕਿਉਂਕਿ ਅਦਰਵਾਈਜ਼ ਤਾਂ ਫਰਾਡ ਹੋ ਹੀ ਰਿਹਾ ਕਿ ਜਿਵੇਂ ਤੁਹਾਡੇ ਧਰਮ ਨੂੰ ਮਹਾਨ ਕਰ ਦਿਆਂਗੇ ਤੇ ਤੁਹਾਡੇ ਲਈ ਬਹੁਤ ਵੱਡਾ ਮੰਦਿਰ ਜਾਂ ਮਸਜਿਦ ਬਣਾ ਦਿਆਂਗੇ ਤੇ ਤੁਹਾਡੇ ਲਈ ਬਹੁਤ ਵੱਡਾ ਕੋਈ ਗੁਰਦੁਆਰਾ ਬਣਾ ਦਾਂਗੇ। ਜੇ ਉਹਨਾਂ ਟਰਮਸ ਦੇ ਵਿੱਚ ਗੱਲ ਹੁੰਦੀ ਹੈ ਤੇ ਤੁਸੀਂ ਹੋਰ ਸੱਚਮੁੱਚ ਹਿੰਦੁਸਤਾਨ ਦੇ ਵਿੱਚ ਡਿਪੈਂਡਿੰਗ ਅਪੋਨ ਕਿ ਤੁਸੀਂ ਕਿਹੜੇ ਧਰਮ ਨੂੰ ਬਿਲੋਂਗ ਕਰਦੇ ਹੋ, ਜ਼ਿਆਦਾ ਕਬਰਸਤਾਨ ਤੇ ਜ਼ਿਆਦਾ ਸ਼ਮਸ਼ਾਨ ਘਾਟ ਹੋਰ ਬਣਾਉਣਾ ਚਾਹੁੰਦੇ ਹੋ, ਇਹ ਤੁਸੀਂ ਫੈਸਲਾ ਕਰਨਾ ਹੈ ਕਿ ਕਿਸ ਕਿਸਮ ਦੇ ਰੈਟੋਰਿਕ ਨਾਲ, ਕਿਸ ਕਿਸਮ ਦੀ ਗੱਲਬਾਤ ਦੇ ਨਾਲ ਤੁਹਾਡੀਆਂ ਵੋਟਾਂ ਮਿਲਦੀਆਂ ਨੇ। ਅਸੀਂ ਅੱਜ ਦੇ ਇਸ ਡਿਬੇਟ ਦੇ ਵਿੱਚ ਸਿੱਖਿਆ ਬਾਰੇ ਤੇ ਹੈਲਥ ਦੇ ਬਾਰੇ ਵੀ ਗੱਲਾਂ ਕਰ ਸਕਦੇ ਸੀ, ਪਰ ਦੇਖੋ ਅਸੀਂ ਵੀ ਹਿੰਦੂ ਮੁਸਲਿਮ ਬਾਰੇ ਹੀ ਗੱਲਾਂ ਕੀਤੀਆਂ ਨੇ, ਤੇ ਇਹਦੇ ਨਾਲ ਕੋਈ ਜੇ ਸਾਡੀ ਤੁਹਾਨੂੰ ਜਾਪਦਾ ਹੋਵੇ TRP ਵੱਧਦੀ ਹੋਵੇਗੀ ਤੇ ਤੁਹਾਡੀ ਤਾਂ ਕੋਈ ਮਜਬੂਰੀ ਨਹੀਂ, ਤੁਸੀਂ ਫਿਰ ਬੰਦ ਕਰੋ ਇਸ ਕਿਸਮ ਦੇ ਡਿਬੇਟ, ਹਿੰਦੂ ਮੁਸਲਮਾਨ ਵਾਲੇ ਡਿਬੇਟ ਦੇਖਣੇ, ਤੇ ਤੁਸੀਂ ਕਹੋ ਵੀ ਅਸੀਂ ਸਿਰਫ ਸਿੱਖਿਆ ਤੇ ਐਜੂਕੇਸ਼ਨ ਦੇ ਉੱਤੇ ਤੇ ਹੈਲਥ ਦੇ ਉੱਤੇ ਡਿਬੇਟ ਦੇਖਿਆ ਕਰਾਂਗੇ, ਤੇ ਫਿਰ ਇਹ ਸ਼ਾਇਦ ਆਪੇ ਹੀ ਕਬਰਸਤਾਨ ਤੇ ਸ਼ਮਸ਼ਾਨ ਘਾਟਾਂ ਦੀਆਂ ਗੱਲਾਂ ਹੋਣੀਆਂ ਬੰਦ ਹੋ ਜਾਣਗੀਆਂ। ਬਾਕੀ ਹੁਣ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਲੈ ਲਿਆ, ਬਾਕੀ ਜ਼ਿੰਮੇਵਾਰੀ ਤੁਹਾਡੀ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰਾਖਾ।